ਬੰਦਾ ਮਾਰਿਆ ਸੀਗਾ 2018 ਦੇ ਵਿੱਚ, ਇਹ ਮੈਨੂੰ ਪਤਾ ਹੈ ਕਿਉਂਕਿ ਮੈਂ ਖੁਦ ਗਿਆ ਸੀ ਜੌਬ ਤੇ। ਉਦੋਂ ਮੈਂ ਵੀ ਪੁਲਿਸ ਵਿੱਚ ਸੀਗਾ ਤੇ ਉਦੋਂ ਮੈਂ ਗਿਆ ਸੀਗਾ ਉੱਥੇ ਇਸੇ ਵਾਸਤੇ। ਤੇ ਕਟਾਸ ਰਾਜ ਨਹੀਂ, ਕਟਾਸ ਰਾਜ ਇਹਨਾਂ ਦਾ, ਸ਼੍ਰੀ ਕਟਾਸ ਰਾਜ ਮੰਦਿਰ, ਉਹਦੇ ਕੋਲ ਸਾਡੀ ਦਾ ਹੈ ਸੀ ਤੇ ਉਸ ਪਿੰਡ ਦੇ ਵਿੱਚ ਡਿਊਟੀ ਲੱਗਦੀ ਸੀ। ਤੇ ਉਸ ਪਿੰਡ ਦੇ ਜਿਹੜੇ ਅਫਸਰ ਨੇ ਕਾਜ਼ਿਆਨੀ ਹਜ਼ਰਾਤ, ਉਹਨਾਂ ਦੇ ਮਸਜਿਦ ਦੇ ਤੋੜ ਭੰਨ ਵੀ ਵਾਹਵਾ ਜ਼ਿਆਦਾ ਹੋਈ ਸੀਗੀ। ਲੇਕਿਨ ਉਹ ਮਾਮਲਾ ਇਹੀ ਲੜਾਈ ਤੋਂ ਮਤਲਬ ਕੋਈ ਜਲਸੇ ਜਲੂਸ ਤੋਂ ਗੱਲ ਵਧੀ ਹੈ ਜਾਂ ਕੀ ਗੱਲ ਬਣੀ ਹੈ, ਤੇ ਉਹ ਉੱਥੋਂ ਹੋਇਆ ਸੀਗਾ। ਤੇ ਲੇਕਿਨ ਇਹ ਆ ਕਿ ਉਸ ਪਿੰਡ ਦੇ ਮਰਜ਼ਈ ਕਮਿਊਨਿਟੀ ਬਹੁਤ ਪਾਵਰਫੁਲ ਹੈ, ਬਹੁਤ ਪਾਵਰਫੁਲ ਹੈ। ਮਤਲਬ ਆਰਮੀ ਦੇ ਵੱਡੇ ਵੱਡੇ ਅਫਸਰ, ਕਿਉਂਕਿ ਅਸੀਂ ਖੁਦ, ਮੈਂ ਸਾਡੀ ਤੇ ਡਿਊਟੀ ਲੱਗੀ ਰਹੀ ਉਹਨਾਂ ਦੇ ਘਰਾਂ ਦੇ ਵਿੱਚ ਵੀ ਕੋਈ ਸਮਾਨ ਵਗੈਰਾ ਨਾ ਛੇੜੇ। ਤੇ ਅਸੀਂ ਤੇ ਉਸ ਪਿੰਡ 'ਚ ਜਿਹੜੀ ਵੀ ਫੱਟੀ ਪੜੀ ਹੈ ਨਾ, ਕੋਈ ਲੈਫਟੀਨੈਂਟ ਕਰਨਲ, ਕੋਈ ਬ੍ਰਿਗੇਡੀਅਰ, ਕੈਪਟਨ ਉੱਥੇ ਆਮ ਸੀਗੇ। ਬਹੁਤ ਆਰਮੀ ਉਹਨਾਂ ਦੀ ਮਰਜ਼ਈਆਂ ਦੇ ਬੰਦੇ, ਬੜੇ ਆਰਮੀ ਤੇ ਅੱਧੇ ਬੰਦੇ ਬਾਹਰ ਆ। ਸ਼ੀਆ ਕਮਿਊਨਿਟੀ ਵੀ ਉਸ ਪਿੰਡ ਦੀ ਹੈ ਕਾਫੀ ਜ਼ਿਆਦਾ, ਤੇ ਸੁੰਨੀ ਵੀ ਹੈ ਲੇਕਿਨ ਉਹ ਤਾਦਾਦ 'ਚ ਘੱਟ ਨੇ, ਔਰ ਕੋਈ ਜ਼ਿਆਦਾ ਪਾਵਰਫੁਲ ਕੋਈ ਨਹੀਂ ਹੈ। ਚਕਵਾਲ ਦੇ ਇੱਕ ਪਿੰਡ ਦੇ ਬਾਰੇ ਅਸੀਂ ਉੱਥੇ ਗੁਜਰਾਤ ਬਹਿ ਕੇ ਸੁਣਦੇ ਸੀ ਵੀ ਚਕਵਾਲ 'ਚ ਇੱਕ ਪਿੰਡ ਹੈ ਤੇ ਉਹਦੇ ਇੰਨੇ ਅਫਸਰ ਨੇ ਕਿ ਜਦੋਂ ਕੋਈ ਜ਼ਨਾਨੀ ਪ੍ਰੈਗਨੈਂਟ ਹੁੰਦੀ ਹੈ ਤੇ ਉਹ ਕਹਿੰਦੀ ਹੈ ਸਹੇਲੀਆਂ ਨੂੰ ਵੀ ਕੀ ਜਮਾ, ਕੈਪਟਨ ਜਮਾ ਕਿ ਕਰਨਲ ਜਮਾ ਕਿ ਬ੍ਰਿਗੇਡੀਅਰ ਜਮਾ। ਇਹੀ ਪਿੰਡ ਉਸ ਪਿੰਡ ਦੇ, ਹੋ ਸਕਦਾ ਹੀ ਪਿੰਡ ਹੋਵੇ। ਇਹੀ ਹੈ ਅਸੀਂ ਪਿੰਡ ਦੇ ਵਿੱਚ ਸੁਣੀ ਸੀਗੀ ਬਾਬੇ ਦੇ ਕੋਲ, ਉਸ ਪਿੰਡ ਦੇ ਵਿੱਚ ਅਸੀਂ ਇਹ ਮਜ਼ਾਕ ਸੁਣੀ ਸੀ। ਮੈਂ ਕਿਹਾ ਬੜੀ ਗੱਲ ਬਹੁਤ ਉਹਦੇ। ਅੱਛਾ, ਬਾਬਾ ਕਹਿੰਦਾ ਬ੍ਰਿਗੇਡੀਅਰ ਨੂੰ ਤੁਸੀਂ ਕੁਝ ਸਮਝਦੇ ਨਹੀਂ ਆ ਇੱਥੇ, ਮਤਲਬ ਇਹ ਤਾਂ ਸਾਡੇ ਵਾਸਤੇ ਇੱਕ ਆਮ ਜੀ ਗੱਲ ਹੈ ਕੋਈ ਬੰਦਾ ਬ੍ਰਿਗੇਡੀਅਰ ਇਸ ਪਿੰਡ। ਮੈਂ ਬੜੀ ਗੱਲ ਹੈ। ਬਹਰਹਾਲ ਜੇ ਉੱਥੇ 2-3 ਵਾਰੀ ਇਸ ਤਰ੍ਹਾਂ ਦਾ ਕੋਈ ਹੱਲਾ ਹੋ ਚੁੱਕਿਆ ਤੇ ਫਿਰ ਤਰਲਜ਼ਰ ਮੁਲਕ ਨੂੰ ਦੁਬਾਰਾ ਪੁੱਛਾਂਦੇ। ਸਾਨੂੰ ਉਹਨੇ ਇੱਕ ਹੀ ਵਾਕਿਆ ਸੁਣਾਇਆ ਜਿਹੜਾ ਮੈਂ ਦੱਸਿਆ, ਉਹ ਸ਼ਾਇਦ 18 ਦਾ ਹੀ ਹੈ ਮੇਰੇ ਜ਼ਿਹਨ 'ਚ, ਤੇ 18 ਦੀ ਅਗਲੇ ਦਿਨ ਹੀ ਗੱਲ ਹੋਈ ਹੈ ਸਾਡੇ ਗੱਲ। ਸ਼ੇਰ ਤੇ ਮਾਰੋ ਜਰਾ ਮਤਲਬ ਮੈਂ ਤੁਹਾਨੂੰ ਦੱਸਿਆ ਵੀ ਇਹ ਕਾਫੀ ਟਾਈਮ ਨਾ ਮੁਸਲਮਾਨਾਂ ਦੇ ਉਸ ਤੋਂ ਬਾਅਦ ਜਿਹੜੇ ਕਤਲ ਆਪਣੇ ਬੰਦੇ ਵੀ ਸ਼ਹੀਦ ਹੋਏ ਉਹਨਾਂ ਨੂੰ ਤਕਰੀਬਨ ਬੜਾ ਰੌਲਾ ਵੀ ਬਣਾ ਰਿਹਾ ਮੈਂ ਬਾਹਰ ਜੀ, ਕਿਉਂਕਿ ਉਸ ਵਕਤ ਕੀ ਮਸਲਾ ਸੀ, ਫੇਸਬੁੱਕ नहीं सी। ये 2014 तो बाद अपन जरा ना नेट वगैरह, कहाँ जा रहे हैं भैया, जल्दी कीजिए पे चलें बाहर ज़रा मोटरसाइकिल पे। तो वो मसला ये है भाई फेसबुक पाकिस्तान कंप्यूटर वगैरह थे ऐसी, लेकिन इस तरह नेट नहीं चलता सी ना, वो इस तरह इस वाक़े व्हाट्सअप तो है ही नहीं थे। 14 तो बाद गालबन 15-14 आया स्काई वगैरह होती सी, वो तो इतना ओपन नहीं सी। इस वजह तो ना ये थोड़ा जा काफ़ी मतलब मुसलमान बड़े तब के, लेकिन वो थोड़े जे पावरफुल से आता है। और एक दफ़ा नहीं, मैं सुन खुदा दसना मैं काफ़ी दफ़ा ये वाक़या हो चुका। ये 2018 मैं पाकिस्तान ही ना सी, तो मैं नीलो भी नहीं तो तुम आज दसते हो, मैं सुनिया ज़रूर सी निक्की मोटी, लेकिन वो वाक़या जड़ा ना छोटा मतलब लोकल, लेकिन उससे बहुत बड़ी तबाही हुई सी। जो मैं तो दस रहा बहुत ज़्यादा उस रौला अला गुला सी, मतलब तमाम मुसलमान अगों पिछों टुर गए सी, पुलिस की नफरी ते बड़ा अफरी दफरी, कितने मुसलमान शहीद होए सी। एक दो बंदा कोई नहीं मरिया सी कि एक ना 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 सिर फटे सी की बड़ा मतलब जुलूस है, तो उन्हें हमला अटैक किया सी डायरेक्ट जुलूस से। ये नहीं है अभी ना डायरेक्ट जुलूस पे उन्हें अटैक किया, वही है क्योंकि मुसलमान ऑलरेडी जोर थोड़े क्या क्या भाई, मैं कि भी उस वाक्य की गल नहीं कर रहा। अगर आमिर भाई अगर तुम मैंने नंबर आ दो कदी आमिर भाई, मैं तुहानू ना इस वकूए दी सारी डिटेल ना, मैं हुंदा ना अच्छी गल एक तुहानू हुंदा समझाना, मैं पूरी तफसीरात दस देंगा, कोई ये मसला नहीं। तुसीं मुसलमान कराओ, माफी चाहना, फिर मेरे को गलती हो गई है, मैं बड़ा शर्मिंदा, मैं इस गल ते मैं आख छोड़ा, लेकिन पूरी डिटेल नहीं मैंने शर्मिंदगी हो रही है कि कटाओ अपने बंदे को ना, मेरे गलबात करनी हुंदी मर्ज़ी कलमा पढ़ना। मुजम्मल साहब अस्सी मर्ज़ियां ना, मैं तुसी बेशक मैं नंबर ਤੁਹਾਨੂੰ ਲਿਖਾ ਦਿੰਦਾ ਵਾਂ। ਮੈਂ ਕਹਿੰਦਾ ਇਹਦੀ ਡਿਟੇਲ ਜਿਹੜੀ ਹੈ ਨਾ, ਵਾਕਿਆ ਜਿੰਨੇ ਵਾਕਿਆ ਹੋਏ ਨੇ ਇਹਦੀ ਡਿਟੇਲ ਪਲੀਜ਼ ਸਾਨੂੰ ਕੱਢ ਕੇ ਅਖਬਾਰਾਂ ਚੋਂ ਜਾਂ ਜੋ ਵੀ ਆਏ ਨੇ ਉਹਦੀ ਜੀ ਬਿਲਕੁਲ ਕਰਾ ਦਿਓ, ਕਿਉਂਕਿ ਅਕਸਰ ਉਹਨਾਂ ਨਾਲ ਗੱਲਬਾਤ ਹੁੰਦੀ ਹੈ ਤੇ ਉਹ ਝੂਠ ਬੋਲਦੇ ਨੇ ਮਰਜ਼ਾਈ ਨਾ ਵਿੱਚ ਗੱਲ ਦੇ। ਪਤਾ ਹੋਣਾ ਚਾਹੀਦਾ ਕਿ ਕਿਹੜੇ ਸੰਨ ਚ ਬਿਲਕੁਲ ਮੇਰਾ ਕੀ ਵਾਕਿਆ। ਬਿਲकुल ਤੁਸੀਂ ਨੰਬਰ ਦੇ ਦਿਓ, ਮੈਂ ਫਿਰ ਨਹੀਂ ਹੁੰਦਾ ਬਾਜ਼ ਔਕਾਤ ਬੰਦੇ ਨਹੀਂ ਹੁੰਦਾ, ਮੈਂ ਸੁਣ ਟੋਟਲ ਜਿਹੜੀ ਆ ਕਿ ਨਾ ਮੈਂ ਮਕਾਮੀ ਜਾਂ ਮੈਨੂੰ ਕੋਈ ਪ੍ਰੋਬਲਮ ਮੈਂ ਗੱਡੀ ਪੇ ਚਲਾਣਾ, ਮੈਂ ਲਿਖਾਵਾਂ ਤੇ 00 मेरे भाई मार्टी जो ਇਹਦੇ ਤੋਂ ਬਾਅਦ ਅਗਰ
तुसा मैंने में सैया दी बराड़ ते उन्होंने ਉਹ मैं ਬਾਅਦ की ਦੀ गाली ਗੱਲ नहीं करनी ਨਹੀਂ ਨਹੀਂ ਗੱਲ ਕਾਨੂੰ ਕਰਨੀ ਭਾਈ ਤੁਸੀਂ ਨੰਬਰ 0039 ਦਿਖਾ ਦਿਓ ਨਾ ਹਾਂਜੀ 0039 039 ਜੀ 320 320 9214 9214 845 845 सुन गए ने दोबारा रिपीट करना 0039 3209214 845 ਬਿਲਕੁਲ ਇਹ ਇਟਲੀ ਦਾ ਨੰਬਰ ਹੈ ਅਮਰ ਮੇਰਾ ਨਾਮ ਹੈ ਤੁਸੀਂ ਸੇਵ ਕਰ ਲਓ ਇਹਦੇ ਤੇ ਜਿਹੜਾ ਵੀ ਤੁਹਾਨੂੰ ਉਹਦੀ ਵਾਕਿਆਤ ਦੀ ਰਿਪੋਰਟ ਮਿਲੇ ਨਾ ਤਫਸੀਲ ਮਿਲੇ ਉਹ ਤੁਸੀਂ ਸਾਨੂੰ ਸੈਂਡ ਕਰ ਦਿਆ ਜੇ ਭਾਈ ਉੱਥੇ ਕੀ ਸੀ? ਆਪਣੀ ਜ਼ੁਬਾਨ ਨਾਲ ਨਹੀਂ, ਆਪਣੀ ਜ਼ੁਬਾਨ ਨਾਲ ਵਿਦ ਪ੍ਰੂਫ। हाँ हाँ बिल्कुल बिल्कुल भाईजान बिल्कुल असर मैंने इल्म होता ना मैं पहली बार खुदा मैं मतलब मैं जहन है एक मादर चाहना फिर भी मैं थोड़ा अफसोस है कि मैं थोड़ा जल्दा लेकिन मैं इंशाल्लाह जिला ना तो बिल्कुल पूरी डिटेल दसांगा किसी एफआईआर दी फोटोकॉपी लब जे अखबार दा तराशा लब जे या भाईजान मैं ਤੁਹਾਨੂੰ ਕਹਿ ਰਿਹਾ ਨਾ ਮੈਂ ਤੁਹਾਨੂੰ ਮੁਤਲਕਾ ਥਾਣੇ 'ਚ ਨਾ ਮਤਲਬ ਇਹ ਨਹੀਂ ਕਿ ਸ਼ਾਮ ਨੂੰ ਜਾਂ ਸਵੇਰ ਮੇਰਾ ਆਣ ਜਾਣ ਦੀ ਨਾ ਮੈਂ ਬਲਕਿ ਜਿਹੜਾ ਐਸਐਚਓ ਲੱਗੇ ਮਿਰਜ਼ਾ ਆਸਫ ਉਹ ਵੀ ਜਿਹੜਾ ਨਾ ਸਾਡੇ ਮੇਰੇ ਅਜ਼ੀਜ਼ ਹੈ लेकिन वो थाने मौजूद है कोई डीपीओ लगा चकवाल ते वो मुंडे कह रहे यार बड़े टिकटॉक ते उसते रौलेन पता नहीं मोहिउद्दीन अहमद गुलाम मोहिउद्दीन अहमद मोहिउद्दीन मंडी ट्रांसफर हो गया उधर टुर गया अहमद मोहिउद्दीन उधर टुर चकवाल ट्रांसफर होया चकवाल ते भाई वो तू को ना वेखदा मैं खैर मैंने इल्म नहीं शायद मेरे इतना नहीं हुंदा घर पले नजर रखे थे मैं तन्नू बिल्कुल लाला जी पूरी डिटेल नाल नाल ना कोई डिटेल उन्हां दी बारे सारी जिथे ताईं मेरे कोल होया मैं तन्नू बिल्कुल पूरा कर देगा कोई ये जब वाकया मैं वो जेड़े भाई अमर भाई मैं जेड़े है ना वो जेड़े वो उस वक्त जेड़े पिक्चरां वगैरह बनियां सी ना अखबार दे उस ते मैं फोटो बना के ना मेरे कोल N95 होंदा सी गालबन उस तो बाद क्यों मोबाइल पाकिस्तान ने चले सी ਉਹਨਾਂ 'ਚ ਮੈਂ ਕਰਕੇ ਮੈਂ ਇੱਕ ਦੋਸਤ ਨੂੰ ਕਹਿ ਕੇ ਨਾ ਉਹ ਸੀਡੀ ਮੈਂ ਕਰਾ ਲਈ ਸੀ ਨਾ ਸਾਰੀ ਉਹ ਇਹ ਅੱਗੇ ਪਿੱਛੇ ਥਾਣੇ ਦੇ ਫੋਟੋ ਜਿਹੜੇ ਬਣੇ ਸੀ ਅਖਬਾਰਾਂ 'ਚ ਆਏ ਅਖਬਾਰ ਵੀ ਪਈ ਹੋਈ ਸੀ ਇਤਫਾਕ ਸਮਝੋ ਵੀ 2021 ਜਦੋਂ ਮੈਂ ਪਾਕਿਸਤਾਨ ਗਿਆ ਨਾ ਤਾਂ ਉਹ ਸੀਡੀ ਮੈਂ ਜਿਹੜੇ ਚੁੱਕੀ ਹੈ ਨਾ ਆਪੇ ਟੱਚ ਹੋਈਆਂ ਸੀ ਉਹਨਾਂ ਸੀਡੀਆਂ ਮੇਰਾ ਦਿਲ ਹੈ ਵੀ ਮੈਂ ਕੱਢ ਉਹਨਾਂ ਸੀਡੀਆਂ ਦੀ ਚਮਕਲੀ ਜਿਹੜੀ ਚਮਕ ਹੁੰਦੀ ਹੈ ਨਾ ਆਪੇ ਚਪਕ ਗਈ अगा पिछा फिर मैं नहीं खोलिया वो जी आपे कली जी होंगी है ना मेरे और भी काफ़ी फोटो बचपन दे ये वो अगे पिछे मैं बड़ा ही अफसोस है कि काश वो आपे विच पईयां पईयां ना चपक गई मैं बड़ा अफसोस मैं खड़िया सीडी वाले को ना कि यार हुणे कुछ नहीं असी कर तो मजीद में तफसीलात पे ही अखबार वालिद साहब के बक्से किधरे वालिद साहब मेरे पुलिस है उन्होंने बक्से किधरे चेक करांगा पे लाजमी पे ही हो सर मैं पाकिस्तान हाँ तो उत्थे जिहड़ा बंदा को मुतलका जिन्हां ने इस वकूए नाल जिन्हां दा तल्लक होवे उन्हां कोल गल लभ जेदी या उन्हां कोल कोई अखबार दा टोटा छोटा पिया होवे जी जी भाई बिल्कुल मैं मेरे दोस्त भी हैं अखबार रिपोर्टर मैं किधर न किधर कढ़ लिया सा कोई इशू नहीं मैं मतलब 2 दिन 4 दिन जिस तरह नाल कोई होंदा ਤੇ ਮੈਨੂੰ ਖੁਸ਼ੀ ਹੋਈ ਸੀ ਕਿ ਯਾਰ ਮੈਂ ਮਤਲਬ ਹੁੰਦਾ ਔਰ ਤੁਸੀਂ ਇਸ ਬਾਰੇ ਚ ਬਲਕਿ ਮੈਂ ਬੰਦੇ ਕੁਝ ਪਤਾ ਹੈ ਕਿਹੜੀ ਡੇਟ ਹੈ ਡੇਟ ਦੱਸ ਜੋ ਮੈਂ ਅਖਬਾਰ ਕਰਨ ਦੀ ਕੋਸ਼ਿਸ਼ ਕਰਨਾ ਅਖਬਾਰ ਦਾ ਨਾਮ ਦੱਸ ਦੇ ਮੈਂ ਮਾਰਚ ਵਿੱਚ ਗਿਆ ਸੀ 24 ਮਾਰਚ ਗਾਲਬਨ ਗੱਲ ਹੈ ਤੇ ਮੈਂ ਮਜ਼ੀਦ ਲਾਲੇ ਨਾਮਰ ਭਾਈ ਨੂੰ ਪੂਰੀ ਉਹ ਬੰਦੇ ਮੈਂ ਕੁਝ ਬੰਦੇ ਨੇ ਕਿਉਂਕਿ ਕਾਫੀ ਟਾਈਮ ਹੋ ਗਿਆ ਨੰਬਰ ਨਹੀਂ ਮੇਰੇ ਕੋਲ ਮੈਂ ਨੰਬਰ ਕੇ ਆਣੇ ਜਾਣੇ ਮੇਰਾ ਚੱਕਰ ਤੋਂ ਆਇਆ ਮੈਂ ਵੇ ਲਈਆਂ ਤੇ ਮੇਰਾ ਚੱਕਰ ਲੱਗਦਾ ਗਿਆ ਭਾਈਜਾਨ ਤੇ ਮੈਂ ਉੱਥੋਂ ਨਾ ਬੰਦਿਆਂ ਕੋਲ ਪੂਰੀ ਉਹਨਾਂ ਕੋਲ ਲਾਜ਼ਮੀ ਕੋਈ ਨਾ ਕੋਈ ਜਾਰੀ ਜਿਹਨਾਂ ਤੇ ਐਫਆਈਆਰ ਹੋਈਆਂ ਮੇਨ ਤੇ ਉਹਨਾਂ ਕੋਲ ਕੋਈ ਨਾ ਕੋਈ ਤੇ ਚੀਜ਼ ਹੋਣ ਮੇਨ ਜਿਹੜਾ ਅਸਲ 302 ਦੀ ਕਾਫੀ ਟਾਈਮ ਲੱਗੇ ਰਹੀ ਹਾਂ ਬਿਲਕੁਲ ਪੂਰੀ ਡਿਟੇਲ ਦੱਸੋ ਆਉਂਦੇ ਨੇ ਨਾ ਉਹਨਾਂ ਦੇ ਕੋਲ ਜ਼ਰੂਰ ਕੋਈ ਐਫਆਈਆਰ ਦੀ ਨਕਲ ਫੋਟੋਕਾਪੀ ਹੁੰਦੀ दूसरा जिससे भाईजान 302 ਦੀ एफआईआर ਹੁੰਦੀ ਹੈ ਨਾ 2-2 ਸਾਲ ਟਿਕੇ ਰਹਿੰਦੇ ਉਹਨਾਂ ਕੋਲ ਕੋਈ ਮੇਰੀ ਵੀ एफआईआर ਕਿਧਰੇ ਪਈ ਹੋ ਸੀ ਮਤਲਬ एफआईआर ਤੇ ਅਸਲ ਇੰਜ ਮਸਲਾ ਭਈ ਆਬ ਦਾ ਵਾਣ ਵਕੀਲ ਸੀ ਉਸ ਕੋਲ ਵੀ ਚੈੱਕ ਕਰ ਗਈ ਸਾਂ ਕਿਉਂਕਿ ਜ਼ਮਾਨਤ ਕਰਾਈ ਹੈ ਨਾ ਲਾਜ਼ਮੀ ਉਸ ਕੋਲ ਪਈ ਹੋ ਸਨ हाँ बिल्कुल खुद को मिल जाएगी मैं भाई होना जरा थोड़े मेहमान आए हुए चलिया थोड़ा नाराज ना होवे ठीक है ना ना कोई नहीं ओके मेहरबानी अल्लाह हाफिज अल्लाह मान अल्लाह मान हाले गत छोड़ी ਸਾਡੇ ਮੁਜਾਹਿਦ ਦਾਡੇ ਚਲੋ ਕੋਈ ਨਹੀਂ ਅਸਲ ਦੇ ਵਿੱਚ ਨਾ ਇਹ ਸਾਡੀ ਇੱਕ ਮਜਮੂਈ ਤੌਰ ਤੇ ਕੈਫੀਅਤ ਆਵਾਮ ਦੀ ਜਿਹੜੀ ਹੈ ਨਾ ਉਹ ਇੰਝ ਦੀ ਬਣੀ ਹੈ ਲੋਕਾਂ ਦੇ ਦਿਲਾਂ 'ਚ ਨਫ਼ਰਤ ਹੈ ਤੇ ਮੁੰਡੇ ਸ਼ੁੰਡੇ ਜਿਹੜੇ ਨੇ ਉਹ ਜੋ ਹੀ ਤੱਕਦੇ ਨੇ ਤੇ ਉਹਨਾਂ ਦਾ ਮੀਟਰ ਸ਼ਾਰਟ ਹੋ ਜਾਂਦਾ ਤੇ ਉਹ ਨਰਮੀ ਨਾਲ ਤੇ ਗੱਲ ਉਹਨਾਂ ਨਾਲ ਕੋਈ ਕਰਦਾ ਹੀ ਕੋਈ ਨਹੀਂ ਸੱਚੀ ਗੱਲ ਤੇ ਹੈ ਹੀ ਜਿਹੜਾ ਉਹਨਾਂ ਨੂੰ ਤੱਕਦਾ ਹੈ ਨਾ ਉਹਨਾਂ ਦੇ ਸਿਰ ਨੂੰ ਹੀ ਆਉਂਦਾ
ਇਹ ਹੁਣ ਜਿਹੜੇ ਬੇਨਸੀਬ ਨੇ ਕਿ ਜਿਹੜੇ ਬੰਦੇ ਇਹਨਾਂ ਨਾਲ ਨਰਮੀ ਨਾਲ ਗੱਲ ਕਰਦੇ ਨੇ, ਦਲੀਲ ਨਾਲ ਗੱਲ ਕਰਦੇ ਨੇ, ਉਹਨਾਂ ਦੀ ਬਜਾਏ ਇਹ ਦੌੜਦੇ ਨੇ ਨਵੇਂ ਮੁੰਡਿਆਂ ਨਾਲ, ਕਹਿੰਦੇ ਨੇ ਵੀ ਇਹਨਾਂ ਨਾਲ ਅਸੀਂ ਗੱਲ ਕਰਨੀ, ਤੁਹਾਡੇ ਨਾਲ ਗੱਲ ਨਹੀਂ ਕਰਨੀ। ਇਹ ਮੁੰਡੇ ਜਿਹੜੇ ਨੇ ਤੇ ਜਿਸ ਵੇਲੇ ਬਰਾੜਾ ਸ਼ਰਾਡਾ ਤੋਂ ਚੜ੍ਹਦੇ ਜਾਂ ਜਿਹੜਾ ਮਰਜ਼ੀ ਕਿਤੇ ਸੜਕ ਤੇ ਲੱਭ ਜਿੱਥੇ ਗੱਲ ਨਹੀਂ ਕਰਦੇ। ਹਾਲਾਂਕਿ ਅਸੀਂ ਤਾਂ ਉਹਨਾਂ ਨੂੰ ਸਮਝਾਉਣ ਦੀ ਗਰਜ ਨਾਲ ਨਰਮੀ ਨਾਲ ਗੱਲ ਕਰਦੇ ਹਾਂ, ਦਲੀਲ ਨਾਲ ਗੱਲ ਕਰਦੇ ਹਾਂ। ਅਸੀਂ ਸਮਝਦੇ ਹਾਂ ਕਿ ਇਹ ਸਾਡੇ ਵਾਸਤੇ ਸਦਕਾ ਜਾਰੀ ਹੈ ਜੇ ਅਸੀਂ ਉਹਨਾਂ ਨੂੰ ਚੰਗੀ ਗੱਲ ਨਰਮੀ ਨਾਲ ਸਮਝਾਈਏ। ਪਰ ਉਹ ਸ਼ੁਕਰ ਹੈ, ਚੰਗੀ ਸ਼ਾਇਦ ਸਮਝ ਕੇ ਗਿਆ। ਹਾਂਜੀ ਹਾਂਜੀ ਬਾਕੀ ਮਿਰਜ਼ਾ ਸਾਹਿਬ ਦੇ ਪੱਲੇ ਕੱਖ ਨਹੀਂ ਸੂ ਛੱਡਿਆ। ਆਂਦੀਆਂ ਸਾਰੀ ਤੇਰਾ ਸਾਈਕੀ ਬਣਦੀ ਚਲੋ ਫਿਰ ਇਹ ਜਿਹੜੇ ਖਾਸ ਕਰਕੇ ਸਾਡੇ TLP ਵਾਲੇ ਨੇ ਭਰਾ, ਇਹਨਾਂ ਤੇ ਮੁੱਲ ਹੀ ਇੰਨੀ ਪਾਈ ਹੈ ਨਾ। TLP ਵਾਲੇ ਤੇ ਜਿਹੜਾ ਵੀ ਆਵੇ ਤਾਂ ਉਹ ਇੰਝ ਹੀ ਗੱਲ ਕਰੇਗਾ ਤਕਰੀਬਨ ਸ਼ਾਇਦ ਹੀ ਕੋਈ TLP 'ਚ ਐਸਾ ਬੰਦਾ ਹੋਵੇਗਾ ਜਿਹੜਾ ਇਹਨਾਂ ਨਾਲ ਨਰਮੀ ਨਾਲ ਜਾਂ ਦਲੀਲ ਨਾਲ ਗੱਲ ਨੂੰ ਜਾਇਜ਼ ਸਮਝਦਾ ਹੋਵੇਗਾ, ਮੁਨਾਸਿਬ ਸਮਝਦਾ ਹੋਵੇਗਾ। ਅੱਛਾ, ਸਨਅੱਲਾਹ ਯਾਰੀ ਕਹਿੰਦਾ ਹਾਂ, ਫਿਰ ਅਸੀਂ ਸਨਅੱਲਾਹ ਯਾਰੀ ਨਾਲ ਜਾ ਕੇ ਲੜੀਏ? ਤੁਹਾਨੂੰ ਛੱਡ ਦੇਣੇ ਯਾਰ, ਤੁਹਾਡੇ ਨਾਲ ਵੀ ਨਾ ਹੁਣ ਤਾਂ ਤੁਹਾਡੇ ਤੇ ਗੁੱਸਾ ਵੀ ਨਹੀਂ ਚੜਦਾ, ਤੁਹਾਨੂੰ ਛੱਡ ਦੇਣੇ ਸਨਅੱਲਾਹ ਯਾਰੀ ਨਾਲ ਅਸੀਂ ਸ਼ੁਰੂ ਹੋ ਜਾਣਾ। ਇਹ ਆਂਦੇ ਨੇ ਸਾਨੂੰ ਮਾਫੀ ਦੇ ਦਿਓ ਤੇ ਦੁਆਲੇ ਕਿਧਰੇ ਆਪਣੇ ਆਪ ਨੂੰ ਬਿਜ਼ੀ ਰੱਖੋ, ਜੀ ਸਾਨੂੰ ਛੱਡ ਦਿਓ ਕਿਸੇ ਤਰੀਕੇ, ਖੁਦਾ ਦਾ ਨਾਂ ਜੇ ਸਾਨੂੰ ਆਪਣੀ ਜਿਹੜੀ ਉਹ ਨਾ ਜਿਹੜਾ ਸਾਂ ਦਾ ਲਾਏ ਆ ਨਾ ਉਹ ਲੱਗਾ ਰਹਿਣ ਦਿਓ ਸਾਡਾ। ਕੱਲ ਮੈਂ ਵੇਖੀਆਂ ਨੇ ਸਵੇਰੇ ਗਰੁੱਪ 'ਚ ਕੋਈ ਵੀਡੀਓ, ਤੁਸੀਂ ਮੇਰੇ ਸੈਂਡ ਕਿੰਨੇ ਸੈਂਡ ਕੀਤੀਆਂ, ਚੀਕਾਂ ਮਾਰਦਾ ਰਿਹਾ ਮਿਰਜ਼ਾਈ ਜਿਹੜਾ ਨਾ ਉਸ ਗੱਲ ਤੇ। ਉਹ ਜਿਹੜੀ ਕੱਲ ਦੇਵਬੰਦੀਆਂ ਵਾਲੀ ਗੱਲ ਛੜੀ ਸੀ ਮੁਫਤੀ ਸਾਹਿਬ ਦੀ, ਤੇ ਉਹਨਾਂ ਦੀ ਕੋਈ ਉਹ ਰਿਕਾਰਡਿੰਗ ਚਲਾ ਕੇ ਨਾ ਆਪਣੀ ਬਰਾੜ ਤੇ ਚੀਕਾਂ ਮਾਰਦਾ ਰਿਹਾ ਵੀ ਵੇਖੋ ਇਹ ਜਨਾਬ ਇਹਨਾਂ ਨੂੰ ਤੇ ਉਹ ਇੰਝ ਆਖਦੇ ਨੇ, ਉਹ ਇਹਨਾਂ ਨੂੰ ਇੰਝ ਆਖਦੇ ਨੇ, ਇਹ ਉਹਨਾਂ ਨੂੰ ਇੰਝ ਆਖਦੇ ਨੇ, ਤੇ ਕਿੰਝ ਆਪਸ ਭਰਾਵਾਂ ਹਾਰ ਗੱਲਾਂ ਕਰਨ ਲੱਗੇ ਨੇ ਤੇ ਇੱਕ ਦੂਜੇ ਨੂੰ ਮਕਾਨ ਦਿੰਦੇ ਨੇ, ਲੜੋ ਨਾ ਮਕਾਓ ਭੰਡੀ ਨਹੀਂ ਚੰਗੀ। ਇਹ ਮਿਰਜ਼ਾਈ ਦੀ ਮੌਤ ਹੈ। ਤੁਸੀਂ ਆਪਸ ਵਿੱਚ ਅਗਰ ਨਾਰਾਜ਼ ਵੀ ਹੋਵੋ ਨਾ, ਜੇ ਤੁਸੀਂ ਹੱਸ ਕੇ ਗੱਲ ਭਰਾ ਨਾਲ ਕਰ ਛੜੋ ਨਾ, ਮਿਰਜ਼ਾਈ ਤੱਕ ਕੇ ਸੜ ਕੇ ਉਹਦੇ ਕੱਪੜੇ ਬਲ ਜਾਣਗੇ ਕਿ ਇਹ ਜਿਹੜੇ ਨੇ ਇਹ ਆਪਸ 'ਚ ਗੱਲ ਹੱਸ ਕੇ ਵੀ ਕਰਦੇ ਨੇ, ਪਿਆਰ ਮੁਹੱਬਤ ਨਾਲ ਵੀ ਕਰਦੇ ਨੇ। ਇਹ ਨਹੀਂ ਮਿਰਜ਼ਾਈ ਚਾਹੁੰਦਾ। ਮਿਰਜ਼ਾਈ ਇਹ ਚਾਹੁੰਦਾ ਹੈ ਕਿ ਤੁਸੀਂ ਆਪਸ 'ਚ ਇੱਕ ਦੂਜੇ ਦੀ ਖੂਨ ਰੇਜ਼ੀ ਕਰੋ। ਮਿਰਜ਼ਾਈ ਵੀ ਚਾਹੁੰਦਾ, ਅੱਗੋਂ ਇੰਜੀਨੀਅਰ ਦੀ ਵੀ ਇਹੀ ਮੈਂਟੈਲਿਟੀ ਹੈ, ਉਹ ਵੀ ਇਹੀ ਚਾਹੁੰਦਾ ਕਿ ਬਈ ਇਹਨਾਂ ਨੂੰ ਲੜਾਓ ਤੇ ਇਹਨਾਂ ਦੇ ਵਿੱਚ ਨਫ਼ਰਤ ਵਧਾਓ, ਉਹਦੀ ਵੀ ਇਹੀ ਨੈਗੇਟਿਵ ਮੈਂਟੈਲਿਟੀ ਹੈ। ਕਿਉਂਕਿ ਜਦੋਂ ਧੱਕਾ ਲੱਗਦਾ ਨਾ ਇੱਕ ਮਜਮੂਈ ਗਰੁੱਪ ਦਾ, ਤਾਂ ਫਿਰ ਬੰਦੇ ਕੋਲ ਬਰਦਾਸ਼ਤ ਨਹੀਂ ਹੁੰਦੀ ਹੈ। ਕਿਉਂਕਿ ਆਮ ਤੌਰ 'ਤੇ ਲੋਕ ਕਰਦੇ ਨੇ ਆਪਣੀਆਂ ਨਾਂ ਦੀਆਂ ਹੀ ਗੱਲਾਂ ਕਰਦੇ ਨੇ, ਦੀਨ ਦੀ ਖਾਤਰ, ਅੱਲਾ ਦੀ ਖਾਤਰ, ਖਾਲਸਤਾਨ, ਉਹ ਗੱਲ ਕਰਨ ਵਾਲੇ ਬੰਦੇ ਤਾਂ ਘੱਟ ਹੀ ਹੁੰਦੇ ਨੇ ਨਾ। ਤੇ ਜਿਸ ਵੇਲੇ ਧੱਕਾ ਲੱਗਦਾ ਵੀ ਉਹ ਬਰੇਲਵੀ ਵੀ ਮੈਨੂੰ ਆਉਂਦੇ ਨੇ, ਦੇਵਬੰਦੀ ਵੀ ਮੈਨੂੰ ਇੰਝ ਜਾਂਦੇ ਨੇ, ਅਹਿਲਦੀਸ ਵੀ ਇੰਝ ਜਾਂਦੇ ਨੇ, ਹੱਦ ਤੱਕ ਸ਼ੀਆ ਵੀ ਮੈਨੂੰ ਇੰਝ, ਕੋਈ ਮੈਨੂੰ ਛੱਡਦਾ ਹੈ ਹੀ ਨਹੀਂ। ਮੁਸਲਮਾਨ ਸਾਰੇ ਇੱਕ ਪਾਸੇ ਹੋਏ ਨੇ ਤੇ ਮੇਰੀ ਚਤਰੋਲ ਕਰਦੇ ਨੇ। ਉਹ ਧੱਕਾ ਬੜਾ ਮਾੜਾ ਹੁੰਦਾ ਹੈ। ਉਹ ਫਿਰ ਬੰਦੇ ਇਹੀ ਚਾਹੁੰਦੇ ਨੇ ਵੀ ਮੇਰਾ ਤੇ ਕੁੱਬ ਨਿਕਲਿਆ, ਹੁਣ ਦੂਜੇ ਵੀ ਸਾਰੇ ਕੁੱਬੜਾ ਹੀ ਹੋ ਜਾਣ ਤੇ ਤਾਂ ਹੀ ਕੰਮ ਸਹੀ ਹੁੰਦਾ। ਮੈਂ ਤਾਂ ਬੜਾ ਫੇਸ ਕਰਦਾ ਜੇ ਅਮਰ ਭਾਈ, ਮੈਨੂੰ ਤੇ ਆਦਰ ਤੈਨੂੰ ਸ਼ਰਮ ਹੀ ਨਹੀਂ ਆਉਂਦੀ ਇਹ ਤੇ ਉਹ, ਤੂੰ ਉਹਨਾਂ ਦੇ ਵਿੱਚ ਬੈਠਾ ਹੁੰਦਾ। ਮੈਂ ਤਾਂ ਬੜੀਆਂ ਗੱਲਾਂ ਸੁਣੀਆਂ, ਹੁਣ ਤਾਂ ਸ਼ੁਰੂ ਹੋ ਜਾਂਦੇ ਨੇ ਗਾਲਾਂ ਕੱਢਣ ਜਦੋਂ ਮੈਂ ਥੱਲੋਂ ਲੰਘ ਜਾਂਦਾ। ਨਜਬ ਭਾਈ ਗੱਲ ਇਹ ਵੇ ਕਿ ਅਸੀਂ ਮੁਸਲਮਾਨ ਆਪਸ 'ਚ ਜਿਹੜਾ ਇੱਕ ਦੂਸਰੇ ਨਾਲ ਸਖਤੀ ਕਰਨੇ ਆ, ਉਹ ਇਸੇ ਵਾਸਤੇ ਕਰਨੇ ਆ ਕਿ ਚਲੋ ਇੱਕ ਦੂਜੇ ਦੀ ਸਲਾਹ ਕਰਨ ਦੀ ਕੋਸ਼ਿਸ਼ ਕਰਨੇ ਆ। ਲੇਕਿਨ ਬੇਸਿਕਲੀ ਹੈ ਤੇ ਇੱਕੋ ਬਾਪ ਦੀ ਔਲਾਦ ਹੈ, ਸਾਰੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੂੰ ਮੰਨਣ ਵਾਲੇ ਆ। ਤੇ ਅਸੀਂ ਕੋਈ ਇੱਕ ਦੂਸਰੇ ਨਾਲ ਸਖਤੀ ਕਰੀਏ, ਜੋ ਮਰਜ਼ੀ ਕਰੀਏ, ਅਸਾਂ ਪਿਓ ਤੇ ਨਹੀਂ ਨਾ ਬਦਲੇ ਆ। ਇਹਨਾਂ ਪਿਓ ਬਦਲ ਲਿਆ ਤੇ ਆਂਦੇ ਨੇ ਵੇ ਸਾਨੂੰ ਵੀ ਉਹ ਆਪਣੇ ਅੱਬੇ ਦੇ ਨਾਲ ਸ਼ਰੀਕ ਕਰੋ, ਤੇ ਇੰਝ ਤੇ ਨਾ ਹੁੰਦਾ। ਫਿਰ ਉਹ ਤੁਸੀਂ ਆਪਣਾ ਪਿਓ ਮੰਨ ਲਿਆ, ਜਾਓ ਜਾ ਕੇ ਰਹੋ ਉਹਦੇ ਨਾਲ, ਮੌਜ ਕਰੋ, ਜੋ ਮਰਜ਼ੀ ਕਰਨਾ ਜੇ ਪੇ ਕਰੋ। ਅੰਮਾ ਜੀ ਵੀ ਮੰਨ ਲਈ ਨੇ ਨਾ ਇੱਕ। ਅਸਲਾਮੁ ਅਲੈਕੁਮ ਵਰਹਿਮਤੁਲਾਹ। ਅੰਮਾ ਜੀ ਵੀ ਤਾਂ ਵੱਖਰੀ ਕਰ ਲਈ ਨੇ ਨਾ, ਉਹਨਾਂ ਭਾਂਡੇ ਚੁੱਕ ਕੇ ਵੱਖਰੇ ਕਰ ਲੈਣੇ, ਫਿਰ ਵੀ ਆਖਣ ਕਿ ਸਾਨੂੰ ਆਪਣੇ ਸਾਲਣ ਚੋਂ ਹਿੱਸਾ ਦਿਓ। ਉਹ ਨਾ ਜਾਓ ਆਪਣਾ ਵੱਖਰੀ ਕੋਠੀਆਂ ਕਰੇ ਬਣਾਓ ਤੇ ਰਹੋ, ਬਸੋ, ਜੋ ਮਰਜ਼ੀ ਪੇ ਕਰੋ। ਤੁਹਾਨੂੰ ਵੱਖਰੀ ਜਗ੍ਹਾ ਦਿੱਤੀ, ਉੱਥੇ ਬਹਿ ਕੇ ਭਾਵੇਂ ਉੱਥੇ ਕੋਠੀ ਛੱਤੋ, ਭਾਵੇਂ ਕੋਠੇ ਛੱਤੋ। ਹੁੰਦਾ ਪਤਾ ਕੀ ਹੈ, ਇਹ ਨਾ ਚੰਗੇਰ ਕੱਢੀ ਕੇ ਉਹ
अगर किसी मौजू पर बात नहीं हो रही तो मैं चंद करें बात करें कर बात सकता करें बात हूँ। जी देखें प्यारे भाइयों, गुजारिश इतनी है कि मैं एक यूरोप में रहता हूँ और यहाँ पर क्योंकि यूरोपियन लोगों से हमारा जो है वो इंटरेक्शन होता है, जैसे हम नज़ीर भाई यूरोप में रहते हैं, यकीनन उन्होंने भी ये महसूस किया होगा। मुसलमान जो है ना, मुसलमान का जो दूसरे मुसलमान के साथ जो रवैया है ना, बेलौस, मसलन रमज़ान मुबारक में आप देख रहे हैं मुसलमानों की एक दूसरे के साथ जो है वो जो ताल्लुक़ होता है, जिस अंदाज में एक दूसरे को मिलते हैं, तो जो काफिर अक़वाम है ना, वो इस बात पर जो है ना वो उन पर जो कैफियत तारी होती है ना देखकर, क्योंकि कुफार में ये चीज़ नहीं है, वो भाईचारे का तसव्वुर, वो एक मज़हब का एक दीन का तसव्वुर उनमें नहीं है। और वो जब इस चीज़ को मुसलमानों में देखते हैं ना, तो वो उनके लिए एक नई चीज़ होती है, मुतासर भी होते हैं और बहुत सारे जो हैं वो उनको जो है इससे जो है वो क्या होता है कि जेलसी भी महसूस होती है, हसद भी करते हैं। लेकिन इनकार कोई नहीं कर सकता कि ये चीज़ जो मुसलमानों में है ये किसी और कौम में नहीं है, तो फिर हमला भी इसी पर होता है। बाज़ दफ़ा जो इख्तलाफ डाले जाते हैं हमें ये भी नहीं इल्म होता सोशल मीडिया पर कि वो जो मुसलमान बनकर किसी दूसरे मुसलमान को जो है किसी तरह से वो यानी कि फ़िरका वारियत या कोई इस तरह की बात कर रहा है या नफ़रत फैला रहा है, तो वो मुसलमान भी है कि नहीं। और ये गेमें हमने आगाज़ के दिनों में यूट्यूब पर बड़ी देखी कि एक मकतबा फ़िक्र का नाम लेकर तो दूसरे को गालियां देना और फिर पीछे हो जाना और फिर जो है लोगों में जो है वो लड़ाई लगवा कर तो खुद तमाशा देखना। तो बहुत सारे कुफार ये काम करते हैं, तो इस चीज़ को मद्देनज़र रखें। शायद पाकिस्तान में, इंडिया में और बांग्लादेश में मसला ये है कि उन्हें एक ऐसे माशरे में नहीं रह रहे कि जहाँ पर कि इस्लाम पर हर तरफ से हमला है, उस तरह के जिस तरह यूरोप में है, यानी हमारे कल्चर से लेकर इस्लामी कल्चर से लेकर इस्लामी तारीख तक हर चीज़ पर हमला है हमारे बच्चों पर। तो हम ज़रा डिफेंसिव हैं। हम नज़ीर भाई शायद इस बात को ज़्यादा समझेंगे, तो हम इस चीज़ की हसासियत को समझते हैं, लेकिन क्योंकि जहाँ पर एक्सटर्नल थ्रेट का वो लेवल नहीं है ना, तो वहाँ पर शायद वो लोग इतने हसास नहीं हैं। तो इस पर ज़रूर गौर करना चाहिए। मुसलमान जो कलमा गो है उससे इख्तलाफ रखें, उसको कहें कि ठीक है जी हमारे आपसे इख्तलाफ राय है या हम आपको सही नहीं किसी बात में समझते, लेकिन कुफार की साजिश में आकर तो ये बामी जो तकफीर है ना, इसका सिलसिला रोकें। अच्छे अंदाज में भी जो इख्तलाफ किया जा सकता है, मेरी बात से भी जो है बहुत सारे भाइयों को शायद मेरे अकीदे से भी इख्तलाफ हो, इसका मतलब ये नहीं है कि हम वही सलूक एक दूसरे के साथ करें जो कि कादियानियों जो अल्फाज कादियानियों के लिए या कुफार के लिए हो वो हम आपस में इस्तेमाल करें। तो इसमें से परहेज करना चाहिए। बहुत अच्छी बात किया आपने। ये बकौल इनके हम इस टाइम जो है ना, हम एक बरेलवी मुशरक की ब्राड पे बैठे हुए सब दोस्त जितने भी भाई बैठे हुए हैं, तो हमने ये चीज़ यहाँ पर ख़त्म करने की कोशिश की है। ये सब हमारे भाई हैं। देखें, लोग कहते हैं बरेलवी मुशरिक, लोग हर किसी पर जो है शिर्क का फतवा लगाते हैं। देखें, उलमा ने जो कुछ लिखा या जो कुछ कहा ना, वो उलमा की आपस में बहसें थी, ठीक है जी। अच्छा, उसमें कोई इल्मी नुक्ता नज़र था, कोई ईमानी रवश थी, यानी कि एक दूसरे से दुश्मनी नहीं थी या ना दावत थी, ना एक दूसरे को अपनी दुकान चलाने का मसला था। अच्छा, हमारी तरह नहीं थे लोग 150-200 साल पहले। अच्छा, अब मसला ये है कि बरेलवी मुशरक है या फलां मुशरक है या फलां जो है वो ये है या फलां वो है, ये ऐसी कमज़ोर बातें ना, क्योंकि कोई भी मुसलमान जो है ना वो शिर्क से राज़ी नहीं है, ठीक है जी। जो अहले इल्म है और जहालत में जो शख्स काम करता है उसका जिम्मेदार कोई नहीं है। यानी एक मिसाल के तौर पर एक जट्टू का पिंड है और उसमें से जो है कोई जो है जाकर कोई वारदात कर आता है, तो उसका मतलब ये नहीं है ना कि तमाम पिंड के जो लोग हैं वो सारे के सारे वारदाती होंगे। तो ये मसला है कि ये तंग नजरी है, गलत बात को करता है, चाहे वो बरेलवी हो, देवबंदी हो, अहले हदीस हो, कोई भी हो, गलत बात जो करता है उसको बताया जाएगा कि ये जो तुम बात कर रहे हो कुरान और हदीस के खिलाफ है, अच्छे अंदाज में उसको समझाया जाएगा। लेकिन ये नहीं है कि इकाबरीन पर तबरा किया जाए या उनको गालियां दी जाएं, इस मिजाज से हटना चाहिए। बिल्कुल बिल्कुल जी, हम इस पे एग्री हैं। मैं बस आपको ये मिसाल ही पेश कर रहा था
کہ بریلوی مشرق کی براڈ ہے، ہم سب بیٹھے ہوئے اور ایک وہابی کی جناب تصویر جو ہے وہ بڑی کر کے بیٹھے ہوئے ہیں ہم لوگ، ٹھیک ہے نا؟ تو انشاءاللہ ہم لوگ سارے جو ہے نا اسی کوشش میں ہیں کہ یہ جو باتیں ہماری آپس کی ہیں وہ ہم آپس میں بیٹھ کے طے کر لیں گے، لیکن ان کو ہم جو ہے نا دانت کھٹے کر کے رکھیں گے ہر صورت۔ اچھا وہ بات نا میں ایک کر کے چھوٹی سی 5 منٹ میں نے نا بریک کا ٹائم ہے یہاں پہ نا نماز کا، میں کہہ رہا تھا کہ جو پہلے آپ نے بڑا سے بات کی ہے نا کہ ہم جو ایک دوسرے کے ساتھ سختی کرتے ہیں اس کی اصلاح کے لیے ہی کرتے ہیں، یہ بات تو ٹھیک ہے کہ اگر یہ مسلمان آپس میں لڑتے بھی ہیں نا تو عام طور پر اس کی کوشش اور یہ خواہش دل میں ہوتی ہے نا وہ اصلاح کی ہی ہوتی ہے، لیکن یہ اصلاح کاہے کی کہ آپ نے میری ماں بہن ایک کر دی، میں نے آپ کی ماں بہن ایک کر دی، ہم اصلاح کر رہے ہیں؟ ہم اصلاح نہیں کر رہے، ہم اپنے وہ پیٹ میں جو بت ہے نا ہم اس کی پوجا کر رہے ہیں۔ اصلاح تو اتنی ہے نا کہ آپ نے مجھے کوئی بات کہی، مجھے وہ غلط لگی تو میں نے آپ کو کہا برائے صاحب اس بات میں یہ غلطی ہے، ٹھیک ہے، آپ کو پھر بھی صحیح نہیں لگا، آپ نے کہا نہیں آپ غلط کہہ رہے ہیں، تو بات ختم ہونی چاہیے، آپ اس پہ مصر رہیں، آپ اس کو آزما کے دیکھ لیں، میں اس کو آزما کے دیکھ لوں گا، پھر بھی ہم بھائی ہیں۔ اس سے زیادہ اصلاح نہیں ہوتی ہے۔ جو کچھ اصلاح یہاں پہ ہوتی ہے نا مسلمان جو ایک دوسرے کی کرتے ہیں، یہ سلمان فارسی بھائی نے بڑے سال پہلے، کوئی 10 سال ہونے والے ہوں گے، انہوں نے کہیں واٹس ایپ کے گروپوں میں کہیں ایسے ہی ہو گئی کوئی ان کا اختلاف، تو کسی اہلدیس کو انہوں نے کہہ دیا کہ تمہیں پتہ نہیں مرزائی تو تمہاری وہ تفسیر ابن کثیر سے نکال کے حوالے پیش کرتے ہیں، میں ان کے سامنے پتہ نہیں کوئی اگلی مجھے بات تفصیل یاد نہیں ہے، لیکن کوئی ان کی 2-3 آڈیوز لے کے آج تک مرزائیوں نے اس کی ویڈیو بنائی، اور ٹک ٹاک پہ بھی میں نے سنی ہے، وہ یہاں ہمیں 1.5 سال ہوا ہے ٹک ٹاک پہ آئے ہوئے، ٹک ٹاک پہ بھی مجھے کسی نے کہا کہ یہ دیکھو سلمان فارسی کی آڈیو تمہارے بارے میں، وہ جو بات تھی نا وہ مجھے بڑی بری لگی، کافی عرصہ مجھے یعنی تکلیف دیا اس بات نے کہ انہوں نے اس طرح کی کاہے کو بات کی، اور یہ بھی نہیں انہوں نے دیکھا کہ وہاں پر مرزائی بیٹھے انہوں کہتے وہ آڈیو چڑھ گئے وہ تمسکر اڑاتے تھے، لیکن جہاں جو کچھ آ کے ٹک ٹاک پہ ہم نے مسلمانوں کو دیکھا ہے نا دوسرے مسلمانوں کی اصلاح کرتے بڑائے صاحب، سلمان فارسی بھائی کی وہ بات ایسے لگتا ہے کہ آٹے میں نمک کے برابر بھی نہیں ہے، جو کچھ یہاں پر مسلمانوں نے ایک دوسرے کی اصلاح شروع کر رکھی ہے نا بالکل ٹھیک ہے، وہ تو کچھ بھی نہیں ہے، اشیر بھی نہیں ہے۔ جس بات سے اتنا مجھے برا لگا اور اتنا دکھ لگا، یہاں آ کے سوچیں کہ یہاں مسلمانوں نے ہماری تصویریں لٹکا کے، مسلمانوں نے خود کو مسلمان کہنے والوں ماں بہن کی اتنی گندی گالیاں، یہ اصلاح کر رہے ہیں؟ یہ اصلاح نہیں کر رہے ہیں۔ میں نے عرض کیا یہ ان کے پیٹ میں بت ہیں، یہ ان کی پوجا کر رہے ہیں۔ بالکل، یہ میں اگری کرتا ہوں اس سے، ایک تو انا کے بت ہیں، دوسرے نمبر پہ نا کم علمی جو ہے نا وہ بھی آڑے آ جاتی ہے، جب کم مطلب جب دلیل ختم ہو جائے، علم نہ ہو پاس، تو پھر گالیاں بندے نے نکالنی ہے نا، پھر اس نے وہ کیا کرنا، اس نے پھر کہنا جناب فلانا ڈھینگا آ گیا سی تے انہوں کدو بار تے انجی تے وہ، تو وہ میں سمجھتا ہوں ان باتوں کو، لیکن مقصد کہنے کا یہ ہے کہ جو ہم لوگ سب کی کوشش یہی ہے، یہاں پہ ہم لوگ جتنے بھائی اکٹھے ہوئے ہیں سب کی یہی کوشش ہے کہ بھائی ہم کسی بھی قسم کی مسئلے کی بنیادوں پہ بات نہ کریں، اس کو ہم مطلب ہے کہ موضوع بحث نہ بنائیں۔ تو میرا خیال ہے کافی حد تک ہم لوگ کامیاب بھی ہیں اس میں، جن لوگوں نے ایسی باتیں کی ہیں، حرکتیں کی ہیں، وہ بھی میرا خیال ہے اندر سے شرمندہ ضرور ہوئے ہوں گے، کیونکہ جو ہمارا رسپانس رہا ہے ان کے لیے، ہم نے کبھی ان کو پلٹ کے گالی نہیں نکالی، ٹھیک ہے؟ تو ایک بندہ گالیاں نکالتا رہے تو ایک وقت پہ آ کے اسے بھی سمجھ آ جائے گی کہ یار میں ہی غلط کر رہا ہوں، تو وہ بھی گالیاں نکالنی بند کر دے گا۔ کوشش تو ہماری یہی ہے کہ ہم اپنے بھائیوں کے ساتھ اچھا رویہ یہی رکھیں تاکہ ان کی بھی اصلاح جو ہے اچھے طریقے سے ہو سکے۔ ہم نے تو وڈائے صاحب آپ کے سامنے کسی بھی مسلمان کو اگر گالی دی ہے تو آپ بتائیں، ہم تو سب کے سامنے اپنے آپ کو غلط کہنے کے لیے تیار ہیں، معافی مانگ لیں، ہم نے گالی نہیں دی کسی کو جواب میں، ہاں تنقید ضرور کی ہے کہ کتنا شرمناک رویہ ہے آپ کا، شرم سے ڈوب مرنے کا مقام ہے کہ خود کو مسلمان کہتے ہو، اور جس طرح آپ نے شروع کیا بات کہ یہ اصلاح کا دعویٰ اصلاح کا کرتے ہو کہ ہم مسلمانوں کی اصلاح کرتے ہیں، اور جو کچھ یہ کر رہے ہو یہ اصلاح ہے؟
इस हद तक हमने तनकीद ज़रूर की है, लेकिन हमने गाली तो नहीं किसी को इंशाल्लाह दी और ना कभी ज़िंदगी में देंगे, क्योंकि हम इसको ये कल मैंने इतने सालों में पीर अस्कानी भाई को वो मैसेज किया जो मैंने इतने सालों में उनको सख्त इतना मैसेज नहीं किया। मैं दिखा नहीं सकता आपको वो मैसेज, क्योंकि मैं इसको इस्लाह समझता ही नहीं। जब मुसलमान दो आपस में लड़ पड़ते हैं और हद क्रॉस कर जाते हैं ना, तो मैं इसको ये नहीं समझता कि ये कि दूसरे की इस्लाह कर रहे हैं। मेरी नज़र में वो दोनों ही अपने पेट के बुत की पूजा कर रहे हैं। इस्लाह इतनी ही होती है जितनी मैंने अर्ज़ की है कि ठीक है, एक बंदे की भाई की बात लगी है, उसमें कोई गलती है इल्मी, तो इल्मी गलती उस दलील से बंदा बयान करता है, भाई ये तो दलील तो इस तरह है, आप इस तरह बात कर रहे हैं। आमिर भाई मेरी बात तो नहीं कर रहे, मैंने कोई मैसेज मुझसे नहीं किया किसी को। मैं नहीं ਮੰਡੀ ਗੱਲ ਕਰਦਾ ਫਿਰ ਮੰਡੀ ਗੱਲ ਤੋਂ ਕਰਦੇ ਉਹ ਤੁਹਾਡੀ ਵੀ ਨਹੀਂ, ਮੈਂ ਕਿਸੇ ਹੋਰ ਬੰਦੇ ਦੀ ਗੱਲ ਕੀਤੀ ਹੈ ਕਿ ਉਹਨੂੰ ਮੈਂ ਮੈਸੇਜ ਕੀਤਾ ਹੈ। ਨਹੀਂ ਸਾਡੀ ਨਹੀਂ ਕਿਤੇ ਅਸੀਂ ਬੁਲਾ ਲੈਣੇ ਆ ਨਾ, ਕਿ ਸਿੱਖੜਾ ਦੇਰ ਲੱਗਣੀ ਹੈ। ਪਿਛਲੀ ਜ਼ਿੰਦਗੀ ਦਾ ਜਾਂ ਪਿਛਲੇ ਐਨੇ ਸਾਲ ਦੇ ਜ਼ਮਾਨੇ ਦਾ अमर नज़ीर भाई ये उन्होंने मैं भी हो सकना मेरे ख्याल जी ਸਭ ਤੋਂ ਸਖਤ ਮੈਸੇਜ ਮੈਂ ਉਹਨਾਂ ਕੀਤਾ ਹੈ, ਕਿਉਂਕਿ ਮੈਨੂੰ ਬਹੁਤ ਅਫਸੋਸ ਲੱਗਦਾ ਹੈ ਇਹ ਵੇਖ ਕੇ ਵੀ ਇਹ ਇਸਲਾਹ ਦਾ ਦਾਵਾ ਤੇ ਇਸਲਾਹ ਵੀ ਹੁੰਦੀ ਹੈ। ਮਾਵਾਂ ਭੈਣਾਂ ਇੱਕ ਦੂਜੇ ਦੀਆਂ ਟੰਗਣ ਲੱਗੇ ਨੇ, ਇਸਲਾਹ ਵੀ ਹੁੰਦੀ ਹੈ, ਤੇ ਗੱਲ ਦੀਨ ਦੀ ਕਰਨੀ। ਬਸ ਤੁਸੀਂ ਗੱਲ ਕਰੋ, ਮੈਂ ਆਪਾਂ ਨੂੰ ਜੀ ਨਈਮ ਭਾਈ। ਨਹੀਂ ਨਹੀਂ ਇਹ ਜਿਹੜੇ ਭਾਬੀ ਨਾ ਇਹ ਮਾਰ ਦਿੰਦੇ ਨੇ, ਹਾਂ ਇਹ ਮਾਰ ਦਿੰਦੇ ਨੇ ਭਾਬੀ। ਇਹ ਹੁਣ ਨਾਂ ਨਹੀਂ ਦੱਸਦਾ, ਲੇਕਿਨ ਗੱਲ ਵਿੱਚ ਕੋਈ ਜ਼ਰੂਰ ਹੈ ਵੇ। ਆਹੋ ਗੱਲ ਦਾਲ ਦੇ ਵਿੱਚ ਕਾਲਾ ਤੇ ਲਾਜ਼ਮੀ ਹੈ ਵੇ। ਉਹ ਅਸਲ 'ਚ ਇਹ ਅਮਰ ਭਾਈ ਦੱਸਣਾ ਚਾਹੁੰਦੇ ਨੇ ਵੀ ਸਲਾਹ ਇੰਝ ਹੁੰਦੀ ਆ ਵੀ ਜੇ ਤੇ ਹੋਵੇ ਆਪਣਾ ਭਾਬੀ ਤੇ ਫਿਰ ਤਾਂ ਚਲੋ ਮਿੱਟੀ ਪਾਓ ਯਾਰ, ਵੇਖੋ ਨਾ ਤਮਾਸ਼ਾ ਪਿਆ ਬਣਦਾ ਐਵੇਂ ਤੇ ਮਰਜ਼ਈ ਹੱਸਣਗੇ ਤੇ ਵੀਡੀਓ ਬਣਾਉਂਦੇ ਪਏ ਨੇ ਉੱਥੇ ਤੇ ਤੁਸੀਂ ਲੱਗੇ ਹੋ ਖਾਮੋਸ਼। ਖਬਰਦਾਰ ਕਿਸੇ ਬੰਦੇ ਨੇ ਇਸ ਟੌਪਿਕ ਤੇ ਗੱਲ ਕੀਤੀ, ਮੈਂ ਚੁੱਕ ਕੇ ਥੱਲੇ ਮਾਰਨਾ ਉਹਨਾਂ ਨੂੰ। ਤੇ ਜੇ ਕੋਈ ਹੋਵੇ ਬਰੇਲਵੀ ਚੜ ਜਾਓ ਬਿਨਾਂ ਬ੍ਰੇਕੋ, ਵੀਡੀਓ ਬਣਾ ਚਾੜੋ ਉਹਦੇ ਖਿਲਾਫ ਤੇ ਜਨਾਬ ਜੇ ਤੂੰ। ਅਸਲ 'ਚ ਹੁੰਦਾ ਇਹ ਅਸਲ ਇਸਲਾਹ ਦਾ ਤਰੀਕਾ, ਤੇ ਇਹ ਅਮਰ ਭਾਈ ਅਸਲ 'ਚ ਦੱਸ ਰਹੇ ਨੇ। ਅੱਛਾ ਮੈਂ ਇੱਥੇ ਨਾ ਆਪਣਾ ਜ਼ਿਆ ਭਾਈ ਤੁਹਾਨੂੰ ਨਾ ਬੜਾ ਜ਼ਰੂਰ ਐਪਰੀਸ਼ੀਏਟ ਕਰਨਾ ਚਾਹਾਂਗਾ, ਕਿਉਂਕਿ ਤੁਸੀਂ ਹਮੇਸ਼ਾ ਹੀ ਇਸ ਚੀਜ਼ ਤੋਂ ਨਾ ਦੂਰ ਰਹੇ ਹੋ। ਭਾਈ ਅਮਰ ਨਜ਼ੀਰ ਭਾਈ ਦੇ ਸਾਹਮਣੇ ਨਹੀਂ ਕਰਨਾ ਐਪਰੀਸ਼ੀਏਟ, ਤੁਹਾਡੀ ਮਿਹਰਬਾਨੀ। ਇਹ ਬੈਠਾ ਇਟਲੀ ਆ, ਜੇ ਮੇਰੇ ਕੋਲ ਬੈਠਾ ਹੋਵੇ ਤੇ ਬੰਦੇ ਕੋਈ ਆ ਕੇ ਬਰਾੜ ਤੇ ਐਪਰੀਸ਼ੀਏਟ ਕਰੇ, ਇਹਨੇ ਮੇਰੇ ਕੰਨ ਥੱਲੇ ਮਾਰਨੀ ਸ਼ੁਰੂ ਕਰ ਦੇਣੀ ਸੀ। ਤੈਨੂੰ ਐਪਰੀਸ਼ੀਏਟ ਕਰ ਰਿਹਾ, ਮੈਂ ਇਸ ਵਾਸਤੇ ਕਹਿ ਰਿਹਾ ਕਿ ਤੁਹਾਡੇ ਇਸ ਰਵੱਈਏ ਦੀ ਵਜ੍ਹਾ ਤੋਂ, ਜੋ ਤੁਹਾਡਾ ਰਵੱਈਆ ਨਾ, ਤੁਹਾਡੀ ਬਰਾਦਰੀ ਚੋਂ ਕਾਫੀ ਦੁਨੀਆ ਜਿਹੜੀ ਹੈ ਨਾ ਵਾਪਸ ਉਹਨਾਂ ਦੀ ਵਿਸਲਾ ਹੋਈ ਹੈ, ਤੇ ਮੈਂ ਬਹੁਤ ਐਪਰੀਸ਼ੀਏਟ ਕਰਨਾ ਤੁਹਾਨੂੰ। ਤੁਸੀਂ ਹਮੇਸ਼ਾ ਨਿਊਟਰਲ ਹੀ ਰਹੇ ਹੋ ਔਰ ਤੁਸੀਂ ਕੋਸ਼ਿਸ਼ ਕੀਤੀ ਹੈ ਕਿ ਜੋੜ ਕੇ ਰਹਿਣ ਦੀ। ਤੁਸੀਂ ਇਹ ਬਾਇਸ ਨਹੀਂ ਹੋਣਾ, ਮਸਲਕੀ ਤੌਰ ਤੇ ਬਾਇਸ ਨਹੀਂ ਹੋਣ ਦੀ ਕੋਸ਼ਿਸ਼ ਕੀਤੀ ਬਿਲਕੁਲ ਵੀ, ਔਰ ਇਹ ਬਹੁਤ ਅੱਛੀ ਬਾਤ ਹੈ। ਅਸੀਂ ਸਾਡਾ ਸਾਰਾ ਨਹੀਂ, ਉਹ ਤਾਂ ਪਹਿਲੇ ਦਿਨ ਤੋਂ ਹੀ ਇਸ ਦਿਨ ਇਸ ਕੰਮ ਦੇ ਵਿੱਚ ਆਏ ਸੀ, ਉਸ ਦਿਨ ਹੀ ਆਪਣੇ ਆਪ ਨਾਲ ਹੀ ਵਾਅਦਾ ਕੀਤਾ ਸੀ ਵੀ ਇਹ ਕੰਮ ਅੱਜ ਤੋਂ ਬਾਅਦ ਨਹੀਂ ਕਰਨਾ। ਕਿਹੜਾ ਕਿਸੇ ਦੇ ਪ੍ਰੈਸ਼ਰ ਨਾਲ ਜਾਂ ਕਿਸੇ ਦੇ ਕਹਿਣ ਨਾਲ ਕੋਈ ਕੀਤਾ ਸੀ, ਖੁਦ ਹੀ ਆਪਣੇ ਆਪ ਨਾਲ ਵਾਅਦਾ ਕੀਤਾ ਤੇ ਉਹਦੇ 'ਤੇ ਕੋਸ਼ਿਸ਼ ਕਰੀਦੀ ਹੈ ਬਸ, ਭਾਵੇਂ ਕੋਈ ਜਿੱਡਾ ਸਕਾ ਕਿਉਂ ਨਾ ਹੋਏ। ਮੈਂ ਨਹੀਂ ਵੜਿਆ ਕਦੀ ਵੀ। ਉਦਣ ਵੀ ਜਿਸ ਦੇ ਨਾਲ ਗੱਲ ਹੋ ਰਹੀ ਸੀ, ਅਮਰ ਭਾਈ ਨੇ ਬੁਲਾਇਆ ਵੀ ਆ ਜਾ ਉੱਤੇ ਆ ਜਾ, ਮੈਂ ਕਿਹਾ ਸੀ ਭਾਈ ਮੈਂ ਮਸਲਕੀ ਬਹਿਸ 'ਚ ਨਹੀਂ ਪੈਣਾ, ਥੱਲੇ ਹੀ ਰਹਿਣ ਦੇ, ਮੈਨੂੰ ਸੁਲ੍ਹਾ ਕਰ ਲਓ ਇਸ ਗੱਲ 'ਚ ਮੈਂ ਰਾਜ਼ੀ ਹਾਂ, ਤੇ ਬਾਕੀ ਕਿਸੇ ਬਹਿਸ 'ਚ ਆਪਾਂ ਨਹੀਂ, ਮੈਂ ਇਸ ਵਾਸਤੇ ਕਿਸੇ ਨੂੰ ਮੈਂਸ਼ਨ ਨਹੀਂ ਕੀਤਾ, ਲੇਕਿਨ ਮੈਂ ਸਿਰਫ ਇਹ ਕਹਿਣਾ ਕਿ ਤੁਹਾਡੇ ਰਵੱਈਏ ਦੀ ਵਜ੍ਹਾ ਤੋਂ ਕਾਫੀ ਦੋਸਤ ਜਿਹੜੇ ਨੇ ਉਹਨਾਂ ਨੂੰ ਵੀ ਸਮਝ ਆ ਗਈ ਕਿ ਬਈ ਇਹ ਤਰੀਕਾ ਹੁੰਦਾ ਹੈ ਟੁਰਨ ਦਾ ਨਾਲ। ਉਹ ਨਾ ਕਰ ਭਾਬੀਆਂ, ਅੱਗ ਲੱਗੇਗਾ। ਉਹ ਅਸਲ 'ਚ ਹੈਦਰ ਭਾਈ ਗੱਲ ਇਹ ਹੈਗੀ ਆ, ਹੈਦਰ ਬਣਾਇਆ ਜੋ ਤੂੰ ਵੀ ਸ਼ਰਾਰਤ ਕਰ ਰਿਹਾ। ਹਾਂ ਸ਼ਰਾਰਤੀ ਗੱਲਾਂ ਕਰ ਰਿਹਾ। ਉਹ ਗੱਲ ਅਸਲ ਇਹ ਹੀ ਹੈਗੀ ਆ ਕਿ ਜਿੰਨੇ ਵੀ ਮਸਾਲਕ ਆਪਣੇ ਹੈ ਨੇ ਨਾ, ਹਰ ਮੌਜੂ ਤੇ ਹਰ ਟਾਪਿਕ ਤੇ ਜੋ ਵੀ ਇਖਤਲਾਫ ਨੇ, ਹਰ ਬੰਦੇ ਕੋਲ ਕੋਈ ਨਾ ਕੋਈ ਦਲੀਲ ਹੈ। ਉਹ ਆਪਣੇ ਹੱਥ 'ਚ ਕੁਛ ਫੜੀ ਫਿਰਦਾ, ਅਗਲਾ ਆਪਣੇ ਹੱਥ 'ਚ ਫੜੀ ਫਿਰਦਾ। ਉਹ ਕਹਿੰਦੇ ਅਸੀਂ ਤੁਹਾਡੀ ਅਸੀਂ ਫੇਰ ਦਿਆਂਗੇ, ਅਸੀਂ ਕਹਿੰਦੇ ਅਸੀਂ ਤੁਹਾਡੀ ਫੇਰ ਦਿਆਂਗੇ। ਉਹ ਗੱਲ ਇੰਝ ਕਦੇ ਵੀ ਕਿਸੇ ਸਿਰੇ ਨਹੀਂ ਲੱਗਦੀ, ਇਹ ਵੱਧਦੀ ਤੋਂ ਵੱਧਦੀ ਰਹਿੰਦੀ ਹੈ। ਉਹ ਫਿਰ ਅੱਗੇ ਪਰਸਨਲ ਹੋ ਜਾਂਦੇ ਨੇ, ਮਾਵਾਂ ਭੈਣਾਂ ਤੱਕ ਗਾਲਾਂ ਤੇ ਸ਼ੁਰੂ ਹੋ ਜਾਂਦਾ ਕੰਮ, ਕਾਬਰੀ ਨੂੰ ਗਾਲਾਂ ਕੱਢ, ਇਹ ਹੀ ਹੁੰਦਾ ਇਹਦਾ ਐਂਡ। ਇਹ ਕਦੇ ਵੀ ਨਹੀਂ ਖਤਮ ਹੋਣਾ। ਤੇ ਇਹਦਾ ਹੱਲ ਇਹ ਹੀ ਆ ਕਿ ਤੁਸੀਂ ਬਰਦਾਸ਼ਤ ਕਰੋ। ਇੱਕ ਬੰਦੇ ਨੂੰ ਲਾਜ਼ਮੀ ਬਰਦਾਸ਼ਤ ਕਰਨਾ ਪੈਣਾ, ਕੋਈ ਜ਼ਿਆਦਤੀ ਕਰ ਵੀ ਰਿਹਾ ਤਾਂ ਬਰਦਾਸ਼ਤ ਕਰੋ, ਤਾਂ ਗੱਲ ਟੁਰ ਸਕਦੀ ਹੈ। ਜੇ ਕਦੇ ਨਹੀਂ ਇਹਨੇ ਗੱਲ ਕੀਤੀ ਤੇ ਮੇਰੇ ਕੋਲ ਕੋਈ ਨਹੀਂ ਹਵਾਲੇ ਹੈਗੇ, ਮੈਂ ਆ ਵੇਖ ਤਾਂ ਫੋਲਡਰ ਭਰਿਆ ਪਿਆ, ਫਿਰ ਨਹੀਂ ਕੰਮ ਚੱਲਣਾ। ਐਗਜ਼ੈਕਟਲੀ।
ਤੇ ਬਾਕੀ ਨਈਮ ਅਵਾਨ ਸਾਹਿਬ ਦੀ ਵੀ ਥੋੜੀ ਤਾਰੀਫ ਕਰ ਹੀ ਛੜੀ ਹੈ। ਮੌਲਵੀ ਸਾਹਿਬ ਤੁਸੀਂ ਜੇ ਆਪਣੇ ਆਪ ਨੂੰ ਕੰਟਰੋਲ ਕਰਕੇ ਰੱਖੋ ਤਾਂ ਬੜੀ ਅੱਛੀ ਤਬਲੀਗ ਕਰ ਸਕਦੇ ਹੋ। ਉਹ ਹੁਣ ਨਹੀਂ ਆਇਆ ਜੀ ਇਹਦੀ ਫੋਨ। ਇਹਦੀ ਕੰਟਰੋਲ ਵਾਲੀ ਰਗ ਪਾਟੀ ਹੋਈ ਆ, ਇਹ ਅੱਜ ਤੋਂ ਨਹੀਂ ਆ, ਕਈਆਂ ਸਾਲਾਂ ਤੋਂ ਇਹਨੂੰ ਕਹਿ ਰਹੇ ਨੇ, ਕਈਆਂ ਲਵਾਸੀ ਵੀ ਸ਼ੁਰੂ ਚ ਕਹਿੰਦੇ ਸੀ ਇਹਦੀ ਉਹ ਰਗ ਹੀ ਪਾਟੀ ਹੋਈ ਆ, ਤੇ ਇਹ ਕਿੱਥੋਂ ਕੰਟਰੋਲ ਕਰ ਲਾਂ। ਹੁਣ ਮੌਲਵੀ ਸਾਹਿਬ ਗਾਇਬ ਹੋ ਗਏ ਨੇ। ਹੁਣ ਨਹੀਂ ਭਾਈ ਕਿਤੇ ਲੱਗ ਗਿਆ। ਮੈਂ ਕਿਹਾ ਗੰਡਾਸਾ ਬਾਹਰ ਰੱਖ ਕੇ ਆਇਆ ਕਰੋ। ਯਾਨੀ ਤੂੰ ਜੱਟ ਅਦਾ ਕਰਨਾ ਚਾਹੁੰਦਾ ਹੈ। ਯਾਰ ਨਹੀਂ ਇਹ ਵੀ ਹਰ ਬੰਦੇ ਦਾ ਭਾਈ ਅੱਲਾਹ ਤਾਲਾ ਨੇ ਹਰ ਬੰਦੇ ਨੂੰ ਖੂਬੀ ਇੱਕ ਦਿੱਤੀ ਆ, ਹਰ ਬੰਦੇ ਦਾ ਆਪਣਾ ਸਟਾਈਲ, ਆਪਣਾ ਅੰਦਾਜ਼, ਉਹ ਜਿਹੜਾ ਨੇਚਰਲੀ ਉਹਦੇ ਵਿੱਚ ਹੈ ਉਹ ਨਹੀਂ ਖਤਮ ਹੁੰਦਾ, ਉਹ ਰਹਿੰਦਾ ਹੀ ਰਹਿੰਦਾ। ਇਸੇ ਤਰ੍ਹਾਂ ਹੀ ਹੈ, ਕਦੀ ਡੰਡੇ ਸੋਟੇ ਦੀ ਵੀ ਲੋੜ ਪੈ ਜਾਂਦੀ ਹੈ। ਉਹ ਅੱਲਾ ਮਾਫ ਕਰੇ, ਇੱਕ ਦੋਸਤ ਸੀ ਤੇ ਉਹਨੇ ਗੱਲ ਸੁਣਾਈ, ਉਹਨੇ ਕਿਹਾ ਦੱਸੀਏ ਨਾ ਅੱਗੇ ਉਹ ਮੇਰਾ ਨਾ ਇੱਕ ਕਜ਼ਨ ਆਪਣਾ ਦੋਸਤ ਸੀ ਵਕੀਲ, ਤੇ ਕਹਿੰਦਾ ਉਹਨੂੰ ਪਤਾ ਲੱਗਾ ਵੀ ਫਲਾਣਾ ਵਕੀਲ ਜਿਹੜਾ ਨਾ ਆਪਣੇ ਮਾਂ ਪਿਓ ਨੂੰ ਕੁੱਟਦਾ ਜਾ ਕੇ, ਤੇ ਉਹਨਾਂ ਆਖਿਆ ਸਾਰਿਆਂ ਰਲ ਕੇ, ਉਹਨਾਂ ਆਖਿਆ ਬਈ ਚੱਲ ਕੇ ਤੇ ਉਹਦੀ ਸਲਾਹ ਕਰੀਏ। ਉਹ ਗਏ ਜਾ ਕੇ, ਤੇ ਉਹ ਇੱਕ ਵਿੱਚ ਸ਼ੁਰੂ ਹੋਇਆ, ਉਹਨੇ ਆਖਿਆ ਵੀ ਮਾਂ ਪਿਓ ਜਿਹੜਾ ਨਾ ਬੰਦੇ ਦਾ ਖਾਨਾ ਕਾਬਾ ਹੁੰਦਾ, ਉਹ ਅੱਗੋਂ ਬੋਲਿਆ ਹੁੰਦਾ ਉਹ ਖਾਨਾ ਕਾਬੇ ਦੀ ਕਦੀ ਕਦੀ ਤੇ ਮੁਰੰਮਤ ਕਰਨੀ ਪੈਂਦੀ ਹੈ ਨਾ। ਉਹ ਗੱਲ ਇੰਜ ਨਾ ਕਿ ਜਣਾ ਥਿਆ ਨਾ ਆਪਣਾ ਆਦਰ ਬੜਾਇਆ ਚੋਂ, ਉਹ ਕੁੱਟਦਾ ਪਿਆ ਸੀ ਮਾਂ ਪਿਓ ਦੁਆ ਆਇਆ, ਤੁਸੀਂ ਆਖਿਆ ਓਏ ਮਾਂ ਪਿਓ ਅੱਜ ਕਾਬਾ ਹੋਣੇ ਨੇ, ਓਏ ਉਸ ਆਖਿਆ ਉਹ ਅੱਜ ਕਾਬਾ ਡੇਂਗਾ ਹੋਗਾ, ਸਿੱਧਾ ਕਰਨਾ ਪਿਆ। ਉਹੀ ਨਾ ਗੱਲ ਇੰਜ ਹੈ ਕਿ ਜਿਸ ਤਰ੍ਹਾਂ ਤੁਸੀਂ ਮਾੜਾ ਰਵੱਈਆ ਨਹੀਂ ਅਪਣਾ ਸਕਦੇ ਨਾ, ਮਾੜਾ ਤੋਂ ਇਤਨੀ ਮੁਸ਼ਕਲ ਹੈ ਤੁਹਾਡਾ ਰਵੱਈਆ ਅਪਣਾਉਣਾ। ਇਸੇ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਮੜੇ ਵਾਲੀ ਜਗ੍ਹਾ ਤੇ ਆ ਕੇ ਗੱਲ ਨਹੀਂ ਕਰ ਸਕਦੇ, ਇਹ ਚੀਜ਼ ਇਹ ਮਾੜੀ ਫਿਤਰਤ ਤੇ ਸ਼ਾਮਲ ਹੈ, ਬਦਲਣੀ ਫਿਤਰਤ ਅਪਣਾਈ ਚੀਜ਼ ਹੋਵੇ ਨਾ ਬੰਦੇ, ਉਹ ਬਦਲ ਦਿੰਦਾ ਬੰਦਾ। ਜਿਹੜੀ ਫਿਤਰਤ ਵਿੱਚ ਰਚੀ ਹੋਣੀ ਹੈ ਨਾ, ਉਹ ਬਦਲਣੀ ਬੜੀ ਔਖੀ ਹੁੰਦੀ ਬੰਦੇ ਤੇ। ਅੱਛਾ ਉਹ ਬਦਲਣੀ ਬੜੀ ਔਖੀ ਹੁੰਦੀ ਹੈ, ਲੇਕਿਨ ਇਹਦੇ ਵਿੱਚ ਇੱਕ ਹੋਰ ਬੜੀ ਖੂਬਸੂਰਤੀ ਵਾਲੀ ਚੀਜ਼ ਜਿਹੜੀ ਮੈਂ ਵੇਖੀ ਹੈ, ਨੋਟ ਕੀਤੀ ਜਿਹੜੀ ਮੈਂ, ਉਹ ਇਹ ਕੀਤੀ ਹੈ, ਜਿੰਨੀ ਵਾਰ ਤੁਸੀਂ ਗੰਡਾਸਾ ਚਲਾਉਣ ਦੀ ਕੋਸ਼ਿਸ਼ ਕੀਤੀ ਹੈ ਨਾ, ਤੁਹਾਨੂੰ ਅਮਰ ਨਜ਼ੀਰ ਭਾਈ ਨੇ ਜਾਂ ਕਿਸੇ ਹੋਰ ਨੇ ਰੋਕਣ ਦੀ ਕੋਸ਼ਿਸ਼ ਕੀਤੀ ਹੈ, ਤੁਹਾਨੂੰ ਰੋਕ ਦਿੱਤਾ, ਬਲਾਕ ਕਰ ਦਿੱਤਾ, ਫੌਰੀ ਤੌਰ ਤੇ ਰੋਕ ਦਿੱਤਾ ਨਾ, ਲੇਕਿਨ ਤੁਸੀਂ ਕਦੀ ਪਰਸਨਲ ਨਹੀਂ ਲਈ ਇਸ ਚੀਜ਼ ਨੂੰ। ਇਹ ਚੀਜ਼ ਨਹੀਂ ਹੈ ਯਾਰ, ਬਹੁਤ ਖੂਬਸੂਰਤ ਹੀ ਨਹੀਂ ਅਸਾਂ ਚ, ਇਹ ਬਹੁਤ ਖੂਬਸੂਰਤੀ ਹੈ, ਮਤਲਬ ਇਹਦੇ ਗੰਡਾਸੇ ਦੇ ਨਾਲ ਨਾਲ ਨਾ ਇਹ ਬਹੁਤ ਅੱਛੀ ਬਾਤ ਹੈ। ਨਹੀਂ ਤੇ ਇੱਥੇ ਬੰਦੇ ਇੱਕ ਵਾਰੀ ਖੇਲਣ ਲਾਓ ਤਾਂ ਬੰਦੇ ਅੰਦਰ ਮੇਰੀ ਲੱਤ ਟੁੱਟ ਗਈ ਹੈ। ਸੋਚ ਵਿੱਚ ਕਦੇ ਨਹੀਂ ਆਈ, ਸੋਚ ਵਿੱਚ ਵੀ ਕਦੇ ਨਹੀਂ ਆਈ। ਯਕੀਨ ਕਰੋ, ਇੱਕ ਵਾਰੀ ਐਵੇਂ ਥੱਲੇ ਲਾ ਹੜੋ ਨਾ ਕਿਸੇ ਨੂੰ ਐਵੇਂ, ਨਾ ਕਦੇ ਸੋਚ ਵਿੱਚ ਕਦੇ ਨਹੀਂ ਆਈ ਹੈ। ਬਰਾੜ ਤੋਂ ਲਾ ਸਟਿਆ ਨੇ ਕੋਈ ਮਸਲਾ ਨਹੀਂ, ਕੋਈ ਰੋਲਾ ਨਹੀਂ। ਬਿਲਕੁਲ ਜੀ अस्सलाम वालेकुम रहमतुल्लाहि व बरकातहू। वालेकुम अस्सलाम मलिक जी क्या हाल ने? खैर में रहे? ऐसा मुर्जा वाना दे ना गंडासा इसको लेकर मिलनी चाहण होगा। अस्तगफिरुल्लाह नहीं, असा जनाब हमेशा इस्लाह अली मैं ते वो बंदा, मैं ते सारे बस जनाब डंडे ही खाना रहा। मैं क्या उधर जाके उन्हें थोड़ा कुछ समझाइए बुझाइए, वो कहने इधर के लौड़ना है, तो वो कहने इधर के लौड़ना है जनाब। मैं कह रहा मैं कोशिश करना मामा इथे अम लेना है, ਉਹੀ ਨਾ ਮੈਂ ਕਿਹਾ ਨਾ ਕੋਈ ਬ੍ਰਿਜ ਕਾਇਮ ਰਹਿਣਾ ਚਾਹੀਦਾ ਦਰਮਿਆਨ ਵਿੱਚ, ਤੇ ਆਪਣੇ ਹੀ ਭਰਾ ਅਸਾਂ ਸਾਰੇ, ਕੋਈ ਐਸਾ ਮਸਲਾ ਨਹੀਂ। ਇਹ ਅਮਰ ਨਜ਼ੀਰ ਭਾਈ ਨਹੀਂ ਗੱਲ ਕਰ ਰਹੇ ਸੋ, ਤੇ ਜਿਹੜਾ ਸਲਮਾਨ ਫਾਰਸੀ ਭਾਈ ਹੈ ਨਾ, ਸਜਾਦ ਭਾਈ, ਇਹ ਪਠਵਾਰੀਆ ਆਪਣਾ ਗਰਾਈਆਂ ਪਤਾ ਹੈ ਪਿੰਡੀਵਾਲ ਹੈ ਨਾ, ਤੇ ਇਹ ਵੀ ਅੱਧਾ ਜਿਹਾ ਬਰੇਲਵੀ ਵੀ ਹੈ। ਤਾਂ ਹੀ ਅਸਾਂ ਤੇ ਉਹ ਆਡੀਓ ਪੁੱਲ ਪਲ ਗਏ ਸਾਂ ਜਿਹੜੀ ਅਮਰ ਨਜ਼ੀਰ ਭਾਈ ਨੇ ਅੱਜ ਯਾਦ ਕਰਾਈ, ਤੇ कहने जनाब मुझे बहुत तकलीफ हुई है, लेकिन इसने बावजूद भी ਜਿਹੜੇ ਮਿਰਜ਼ਈ ਨਾ ਉਹਨਾਂ ਤੇ ਆਤ ਚੁੱਕੀ ਹੈ ਆਪਸ ਵਿੱਚ ਹੀ। ਤੇ ਉਹ ਕੋਈ ਨਹੀਂ ਜਨਾਬ, ਇਹ ਛੋਟੀਆਂ ਮੋਟੀਆਂ ਨਾ, ਲੇਕਿਨ ਬਾਜ਼ ਅਸਲ ਵਿੱਚ ਨੌਜਵਾਨ ਐਸੇ ਨੇ ਜਿਹੜੇ ਮਸਲਕੀ ਜਿਹੜੀਆਂ ਬਹਿਸਾਂ ਨਾ ਉਹਨਾਂ ਕੀ ਜਾਣਨੇ ਵੀ नहीं ਹਨ। इख्तलाफात है कि फरूई तरह ने कोई ऐसे ख़ास बुनियादी नहीं हैं, लेकिन वो इस कदर वो शिद्दत इख्तियार कर लेने कि अजीब वो रंग होना हमेशा ही इस तरह की मुखालफत की है, जैसे सलमान फारसी भाई कहते ना। तो इस तरह के रवैये की ना हमेशा मजम्मत करो और उसको डिस्करेज करके तो नॉर्मल जड़ा अपना एक मौजू है उसे ते चलते रहा करो। और बाज़ का तो बड़े सीनियर लोग भी ज़्यादा चाह ही जाने, लेकिन एहतियात लाजमी है जी। तो क्या लिखा ने मिर्ज़ा कादियानी साहब अकम ने या सिर्फ मसीह ने, क्या रौला है जी? ਇਹ ਹਕਮੋ ਅਦਲ ਸਾਹਿਬ ਵਾਲੀ ਗੱਲ ਤਾਂ ਮੁੜੋ ਯਾਰ, ਬਾਕੀ ਗੱਲਾਂ ਬਹੁਤ ਹੋ ਗਈਆਂ। ਜ਼ਾਰ ਰਸੂਲ ਭਾਈ ਕਹਿੰਦੇ ਤਬੀਅਤ ਤੁਸਾਂ ਨਹੀਂ ਹਾਲਿਆ ਹੀ ਗਾਇਬ।
ਨਹੀਂ ਤੁਸੀਂ ਹੱਕ ਮੁਅੱਦਲ ਸੁਣਾਵਾਂ ਔਰ ਅੱਜ ਫਿਰ ਹੱਕ ਮੁਅੱਦਲ ਕਿਹਾ ਜੀ ਹੁੰਦੇ ਨੇ ਇਹ ड्राइवर ही गैप हो गई, आप ही चलनी ऑटो पायलट से लगी है। ਆਟੋ ਲੱਗੀ ਏ ਲੇਕਿਨ ਇਸ ਰਿਵਰਸ ਗੇਅਰ ਕੋਈ ਨਹੀਂ ਨੇ ਰਿਵਰਸ ਨਹੀਂ ਮਿਲਣੀ ਨੇ ਅੱਗੇ ਹੀ ਮਿਲਣਾ ਹੈ ਤਾਂ ਅੱਗੇ ਜਾਸੀ ਖਾਲੀ। ਚਲੋ ਮੈਨੂੰ ਹੁਣ ਇਜਾਜ਼ਤ ਦਿਓ, ਮੈਂ ਵੀ ਜੁਮੇ ਕਰ ਲਾਂ इंशाल्लाह भाई जुमे के बाद। ਅੱਜ ਵੇਲੇ ਕਿਹੜਾ जी ਜੁਮਾ वड़ाइक ਆਉਂਦਾ ਹੀ साहब जुमे ने टाइम हो गया ने। जी जी ਅੱਜ ਵੇਲੇ ਕਿਹੜਾ ਜੁਮਾ ਆਉਂਦਾ ਹੀ ਇੱਥੇ ਸਾਡੇ ਜੁਮਾ ਹੋ ਗਏ ਨੇ ਨਾ 11:30 ਹੋ ਗਏ ਨੇ। ਅੱਛਾ 12:30 ਜੁਮਾ। हाँ बड़ी पांच पुरानी पांच गल है घंटे ना। फर्क। तुस अमरीका ले जोन च होने इसका मतलब है। जा जा हाँ, जी की ਇੱਥੇ मुर्दाबाद। वाह जी वाह। जी ਬੜੀ जी ਪੁਰਾਣੀ करा ਗੱਲ ਹੈ ਹਲਕਾ ਇਸ਼ਾਰਾ ਹੈ ਤੇ ਮੈਂ ਮੋੜ ਕੇ ਪਿਆਣਾ ਨਾ ਤੁਹਾਰੇ ਦਾ ਝੜਾ ਆ ਕੰਬੇ ਤੋਂ ਮੋੜ ਕੇ ਆਇਆ ਜਾ ਕੇ ਤੇ ਟੋਪੀ ਪਾਈ ਵਾ ਫਿਰਨਾ ਆ ਸਿਰੇ ਤੇ ਉਹ ਪਾਈ ਕਦੇ ਨਹੀਂ ਆਈ ਉਹਦਾ ਮੈਂ ਕਹਾ ਟੋਪੀ ਪਾਈ ਵਾ ਫਿਰਨਾ ਯਦੀ ਨੇ ਪਿਓ ਨੇ ਜਨਾਜ਼ਾ ਪੜ ਕੇ ਆਇਆ ਨਾ ਨਹੀਂ ਜੁਮਾ ਪੜ ਕੇ ਆਇਆ ਮਖਾ ਨਹੀਂ ਨੇ ਅੱਜ ਤਵਾਰ ਹੈ ਆਣਾ ਰਸ਼ ਹੈ ਮੜੀ ਵਾਰੀ ਲੇਟ ਆਈ ਹੈ अजहर 2 दिन तो लग गए उसने विच। ਮੈਂ ਉਹੀ ਪਾਣਾ ਵੀ ਅਸਾਂ ਦਾ ਜੁਮਾ ਹੁਣ ਅਸਾਂ ਕੋਲ ਟਾਈਮ ਹੋਇਆ ਰਾਤੀ ਨੇ 9:15 ਅਸਾਂ ਦੇ ਜੁਮਾ ਪੜੋ 7 ਘੰਟੇ ਹੋ ਗਏ 8:30 ਘੰਟੇ 7-8 ਘੰਟੇ ਇਹਨਾਂ ਦੀ ਰਸ਼ ਹੈ ਵਾਰੀ ਲੇਟ ਆਈ ना मैं भी कोई 2 ही घंटे पहले पढ़ के आया तो फर्क तो पै गया ना। अमरीका ले असां कोल और 5 घंटे पीछे ने ना। ਉਹ ਇਹਨਾਂ ਰਸ਼ ਹੁੰਦਾ ਨਾ ਵਾਰੀ ਲੇਟ ਆਣੀ ਹੈ हाँ तुसां कोल 10 घंटा ना ते जेड़े मलेशिया वाले ने इसलिए सहन लगे फजर दी तैयारियां कर सन। ਅੱਛਾ ਉਹਨਾਂ ਕੋਲ ਹੁਣ ਜੁਮਾ ਸੀ ਹਫਤਾ ਸ਼ੁਰੂ ਹੋ ਸੀ ਉਹਨਾਂ ਕੋਲ ना ना हो गया है वो चरोकना वो अगली सैटरडे नहीं फजर पढ़ सन ਅੱਛਾ ਹੁਣ हफ्ते वाले ਫਜਰ दिन पढ़ नहीं इंशाल्लाह। ਠੀਕ जी 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 अगली जड़ी है। ਮਤਲਬ ਕਾਸ ਨਾਲ ਵੀ ਤੁਸਾਂ ਕੋਲ ਤਾਂ 9 ਹੋ ਗਏ ਨਾ, ਸਾਢੇ 9 ਦਿਹਾੜੀ ਇੰਜ ਹੋਇਆ ਆ ਕਈਆਂ ਬਰਾੜਾ ਦੀ ਅਸੀਂ ਗੱਲ ਕਰ ਰਹੇ ਨਾ ਵੀ ਰਾਤੀ ਇਹ ਗੱਲ ਹੋਈ ਹੈ ਉਹ ਆਣਾ ਦਿਹਾੜੀ इसे ਇਹ ਗੱਲ इसे तरह इसे तरह ही है। तुसां कोल 9 हो गए ने। पिछला जेड़ा 27-28 तारीख वाला अक्तूबर वाला सैटरडे संडे सी ना उदों इथे यूरोप इंग्लैंड च ना 1 घंटा पिछे होया है तो हुण असां ना तुसां ना 5 घंटे फर्क पै गया यूके नाल ते यूरोप नाल बल्कि यूके नाल यूरोप नाल ते 4 ਬਦਲ ਗਈ ਹੋ ਸੀ ਇਹਨੂੰ ਵੀ ਪਾਕਿਸਤਾਨੀ घंटा time की ਦੋ फर्क ਵਜੇ पैना है कोई खास उतना नहीं जी। ਨਹੀਂ ਉਹ ਫਰਕ ਇਹ ਵੀ ਨਾ ਕਿ ਅੱਗੇ 1 ਵਜੇ ਬਰਾੜ ਤੋਂ ਆਊਟ ਹੁੰਦੇ ਰਾਤੀ ਪਾਕਿਸਤਾਨੀ ਟਾਈਮ ਦੇ ਮੁਤਾਬਕ ਹੁਣ ਹਾਲ 2 हाँ, ਵਜੇ हाँ, हाँ, ये गल। 12 ਤੋਂ ਜਾਂ 2 हाँ इस तरह जी हाँ जी इस तरह ਇਹਨਾਂ ਕੋਲ 10 ਹੋਣੇ ਦਸਾਂ ਕੋਲ 1 ਹੋਣਾ ਆ अस्सलाम वालेकुम। वालेकुम अस्सलाम वरहमतुल्लाहि वबरकातुहू। क्या हाल चाल है जनाब? सबका ठीक ठाक हुआ? थले यार एक जी, फिरदा पिया जी शहजाद हुरम इनू तो उत्ते चुको ये थले बड़ा टैक्स मजदूरी पे करदा उत्ते आके गल कर ले भाई तू। ये केड़ा शहजाद है? और शहजाद हुरम आ यार उत्ते तेन उत्ते पे बुलाना मैं। ईमान क्या कुरान के मुताबिक फैसला करना चाहिए? ਤੇ ਆ ਕੇ ਸਵਾਲ का जवाब देने हैं ना नहीं फैसला तो इनका नहीं उन्हां कोल होना चाहिए। फॉलोअर्स ही पूरे नहीं हैं शहजाद साहब कोल ओहो नहीं तो उत्ते आ जुलना। ਯਾਰ ਇਹ ਸ਼ਹਜ਼ਾਦ बेचारा बड़ी टैक्स मजदूरी पे करदा है। मैं क्या शायद कोई ਇਹਨਾਂ ਦੇ ਕੋਲ ਫਾਲੋਅਰ ਸ਼ਲਵਰ ਸਾਰੇ ਪੂਰੇ ਹੈ ਨੇ ਔਰ ਬੜੇ ਸਮਝਦਾਰ ਨੇ। ਇਹਨਾਂ ਦੇ ਸਾਹਮਣੇ ਇੱਕ ਦਿਨ ਇੱਕ ਬਰਾਡ ਦੇ ਉੱਤੇ ਮਿਰਜ਼ਾ ਸਾਹਿਬ ਦੇ ਸਾਰੇ ਇਲਹਾਮਾਤ ਮੁਹੰਮਦੀ ਬੇਗਮ ਦੇ ਬਾਰੇ ਵਿੱਚ ਪੇਸ਼ ਕੀਤੇ ਗਏ ਔਰ ਉਹਨਾਂ ਨੂੰ ਸੁਣਨ ਤੋਂ ਬਾਅਦ ਇਹ ਕਹਿੰਦੇ ਨੇ ਲੋ ਜੀ ਇਹਨਾਂ ਨੇ ਜਿਹੜਾ ਗੱਲਾਂ ਕੀਤੀਆਂ ਨੇ ਇਸ ਤੋਂ ਤੇ ਲੱਗਦਾ ਕਿ ਮਿਰਜ਼ਾ ਸਾਹਿਬ ਬਿਲਕੁਲ ਸ਼ਰੀਫ ਆਦਮੀ ਨਹੀਂ ਸਨ ਔਰ ਇਹ ਆਪਣੇ ਕੋਲੋਂ ਗੱਲਾਂ ਬਣਾਉਂਦੇ ਨੇ। ਹਾਲਾਂਕਿ ਲਫ਼ਜ਼ ਬਲਫ਼ਜ਼ ਇਹਨਾਂ ਦੀ ਕਿਤਾਬਾਂ ਦੇ ਵਿੱਚੋਂ ਬਾਕਾਇਦਾ ਪੂਰੀਆਂ ਦੇ ਪੂਰੀਆਂ ਬਾਰਤਾਂ ਪੇਸ਼ ਕੀਤੀਆਂ ਗਈਆਂ ਤੇ ਇਹ ਨਹੀਂ ਕਿ ਉਹ ਆਉਣਾ ਨਹੀਂ ਚਾਹੁੰਦੇ ਹੋਣਗੇ ਤਾਂ ਨਹੀਂ ਆ ਰਹੇ। ਜਦੋਂ ਉਹਨਾਂ ਦਾ ਦਿਲ ਹੁੰਦਾ ਬਾਕਾਇਦਾ ਤਸ਼ਰੀਫ ਲਿਆਉਂਦੇ ਨੇ ਆ ਕੇ ਆਪਣੀ ਗੱਲ ਕਰਦੇ ਨੇ ਔਰ ਇਹਦਾ ਤੇ ਮੇਰੀ ਕਿਸੇ ਜਗ੍ਹਾ ਤੇ ਇਹਨਾਂ ਦੀ ਗੱਲ ਦੀ ਰਿਕਾਰਡਿੰਗ ਵੀ ਮੇਰੇ ਕੋਲ ਮੌਜੂਦ ਹੈ। ਕੋਈ ਸੁਣਨਾ ਚਾਹਣਗੇ ਤੇ ਉਹ ਰਿਕਾਰਡਿੰਗ ਵੀ ਮੈਂ ਸੁਣਾ ਸਕਦਾ, ਐਸੀ ਗੱਲ ਨਹੀਂ ਹੈ। ਇਹਨਾਂ ਨੇ ਅੱਗੋਂ ਫਿਰ ਇਹਨਾਂ ਨੂੰ ਤਾਰਕ ਚੌਹਾਨ ਨੇ ਸਮਝਾਇਆ, ਅਕਬਰ ਖਾਨ ਨੇ ਸਮਝਾਇਆ ਕਿ ਬਈ ਗੱਲਾਂ ਜੋ ਹੈਗੀਆਂ ਇਹ ਐਵੇਂ ਹੀ ਨੇ
ਬਿਲਕੁਲ ਐਵੇਂ ਹੀ ਗੱਲਾਂ ਨੇ ਜਿਹੜੀਆਂ ਪੇਸ਼ ਕੀਤੀਆਂ ਗਈਆਂ ਹੈ ਨੇ। ਅਗਰ ਤੈਨੂੰ ਨਹੀਂ ਪਤਾ ਤਾਂ ਇੱਕ ਅਲੱਗਾ ਗੱਲ ਆ, ਲੇਕਿਨ ਇਹ ਵਾਕਿਆਤ ਬਿਲਕੁਲ ਇਸੇ ਤਰ੍ਹਾਂ ਨੇ। ਉਹਨਾਂ ਨੇ ਜੋ ਇਲਹਾਮਾਤ ਨੇ ਉਹ ਐਵੇਂ ਹੀ ਨੇ ਜੋ ਪੇਸ਼ ਕੀਤੇ ਗਏ ਨੇ। ਤੇ ਇਹ ਬਸ ਬੜੇ ਲਰਨਡ ਬੰਦੇ ਨੇ, ਜਦੋਂ ਨਹੀਂ ਆਣਾ ਚਾਹੁੰਦੇ ਉਦੋਂ ਨਹੀਂ ਆਤੇ। ਜੀ ਗਲੋਬਲ ਭਾਈ अस्सलाम वालेकुम। ਉਹ ਜਿਹੜਾ ਗੈਸਟ ਵਾਲਾ ਇਹਨਾਂ ਦਾ ਆਪਸ਼ਨ ਹੈ ਨਾ, ਉਹ ਡੀ ਹਾਈਲਾਈਟ ਹੋਇਆ ਹੈ ਇਸ ਤਰ੍ਹਾਂ। ਵੈਸੇ ਤੇ ਉਹ ਸ਼ਾਇਦ ਕੋਈ ਉਹਨਾਂ ਨੇ ਸੈਟਿੰਗ ਚੇਂਜ ਕੀਤੀ ਹੋਵੇ ਤਾਂ ਕਰਕੇ ਹੈ। ਤੇ ਮਿਰਜ਼ਾ ਸਾਹਿਬ ਜਨਾਬ ਆਪਣੀ ਮਮਦੀ ਬੇਗਮ ਵਾਲੀ ਪੇਸ਼ਗੋਈ ਪੂਰੀ ਕਰਨ ਵਾਸਤੇ ਬੜੇ ਹੀ ਯਤਨ ਕੀਤੇ ਜਨਾਬ। ਮੁੰਡਿਆਂ ਨੂੰ ਕਹਿ ਦਿੱਤਾ ਵੀ ਤਲਾਕਾਂ ਦੇ ਦਿਓ ਆਪਣੀ ਆਪਣੀਆਂ ਬੀਬੀਆਂ ਨੂੰ, ਇੱਕ ਨੇ ਤਾਂ ਦੇ ਵੀ ਦਿੱਤੀ। ਇੱਕ ਮਿੰਟ ਸ਼ਹਜ਼ਾਦ ਸਾਹਿਬ, ਆਪਣੀ ਜਨਾਨੀ ਨੂੰ ਵੀ ਤਲਾਕ ਗਲੋਬਲ ਭਾਈ ਦਿੱਤੀ। ਇੱਕ ਮਿੰਟ ਇਹਨਾਂ ਨੂੰ ਜ਼ਰਾ ਜਵਾਬ ਦਿਉਣ ਦੇ। ਸ਼ਹਜ਼ਾਦ ਸਾਹਿਬ ਗੱਲ ਇਸ ਤਰ੍ਹਾਂ ਹੈ ਕਿ ਮਿਰਜ਼ਾ ਸਾਹਿਬ ਬਰਾਈਨ ਅਹਿਮਦੀਆ ਚ ਹੋ ਅੱਲਾ ਦੀ ਅਰਸਲ ਰਸੂਲ ਆਉ ਬਿਲ ਹਦਾ व दीन अल हक ਇਹ ਆਇਤ ਲਿਖ ਕੇ ਨਾ ਤੇ ਕਹਿੰਦੇ ਸੀ ਕਿ ਇਸ ਆਇਤ ਈਸਾ ਅਲੈਹਿਸਲਾਮ ਦੇ ਬਾਰੇ ਆਣੇ ਦੀ ਪੇਸ਼ਗੋਈ ਹੈ ਕਿ ਜਿਸ ਵੇਲੇ ਕੋਈ ਦੁਬਾਰਾ ਆਣਗੇ ਉਹਨਾਂ ਦੇ ਹੱਥ ਇਸਲਾਮ ਜਮੀ ਅਫਾਕ ਤੇ ਫੈਲ ਜਾਏਗਾ। ਇਹ ਕੁਰਾਨ ਦੀ ਆਇਤ ਪੇਸ਼ ਕਰਕੇ ਯਾਤੇ ਮਸੀਹ ਸਾਬਤ ਕਰਦੇ ਸੀ, ਫਿਰ ਇਸੇ ਕੁਰਾਨ ਨੂੰ ਵਫਾਤੇ ਮਸੀਹ ਸਾਬਤ ਕਰਨਾ ਸ਼ੁਰੂ ਕਰ ਦਿੱਤਾ ਨੇ। ਤੇ ਅੱਗੇ ਦੱਸ ਹੁਣ ਫੈਸਲਾ ਕਿੰਜ ਕਰੇਗਾ ਕੁਰਾਨ? ਹੁਣ ਕੁਰਾਨ ਦੇ ਮੁਤਾਬਕ ਕਿੰਜ ਫੈਸਲਾ ਹੋਏਗਾ? ਇਸੇ ਕੁਰਾਨ ਨੂੰ ਯਾਤੇ ਮਸੀਹ ਦੀਆਂ ਦਲੀਲਾਂ ਵੀ ਦਿੱਤੀਆਂ ਨੇ, ਇਸੇ ਨੂੰ ਵਫਾਤੇ ਮਸੀਹ ਦੀਆਂ ਵੀ ਦਿੱਤੀਆਂ ਨੇ। ਫਿਰ ਫੈਸਲ ਕਿਹੜੀ ਚੀਜ਼ ਲਈ? ਕੁਰਾਨ ਕਿੱਥੇ ਫੈਸਲ ਰਿਹਾ? ਦੋਏ ਚੀਜ਼ਾਂ ਜੇ ਕੁਰਾਨ ਚੋਂ ਕੱਢੋਗੇ ਤੁਸੀਂ तो याद तो वफात का फैसला कुरान तो कैसे कराओगे? अरे भाई ये सूरत कौन सी है? हो अल्लाह दी अरसल वाली, हो अल्लाह दी अरसल है, 2-3-4 जगह ते आई है रा। कोई एक चेक करना पैसी मैं दसना तो इजाजत में काट देना, खुद चेक कर ले। जी जी ये निकाल दे क्योंकि ये हवाला बड़ा जरूरी है। और इब्राहिम अहमदिया में लिखा है सफा नंबर 600 के आगे पीछे यार 593 सफा से ये बात शुरू होती है, उसके आगे पीछे ये बात ठीक है ना। इब्राहिम अहमदिया के 593 सफा से ये बातें शुरू होती हैं, हाशिए में ये बात मौजूद है। अच्छा दूसरा नहीं भाई आपसे एक सवाल करना था। ये जो मिर्जा साहब ने लिखा था कि मोमिन तफसीर भी राय नहीं करता, इसका मुकम्मल जो आपको पता है अगली पिछली बात अगर आप बता दें तो प्लीज। जी अस्सलाम वालेकुम। वालेकुम अस्सलाम। वालेकुम अस्सलाम जी। बड़े बड़े ਵੱਡੇ ਬੰਦੇ ਬੈਠੇ ਨੇ ਤੇ 3-4 ਦਿਨ ਤੋਂ ਨਾ ਇੱਕ ਬਾਰ-ਬਾਰ ਗੱਲ ਜ਼ਿਹਨ ਚ ਆਉਂਦੀ ਸੀ, ਕਰਨ ਦੀ ਕੋਸ਼ਿਸ਼ ਕਰਦਾ ਸਾਂ, ਲੇਕਿਨ ਕੋਈ ਨਾ ਕੋਈ ਮੌਜੂ ਐਸਾ ਛਿੜਿਆ ਹੁੰਦਾ ਸੀ ਤੇ ਫਿਰ ਗੱਲ ਮੁਨਾਸਬ ਨਹੀਂ ਸੀ ਕਰਨੀ ਬਣਦੀ। ਤੇ ਅੱਜ ਇਤਫਾਕ ਨਾਲ ਕੋਈ ਏਡੀ ਖਾਸ ਗੁਫ਼ਤਗੂ ਨਹੀਂ ਹੋ ਰਹੀ ਤੇ ਮੈਂ ਉਹਦੇ ਚ ਇੱਕ ਅਰਜ਼ ਕਰਨਾ ਚਾਹੁੰਦਾ ਵਾਂ जी जी करो कि चाहे होवे मेरी भैन, चाहे होवे मेरी बीवी, चाहे होवे मेरी बेटी, कोई भी होवे ਜਿਹੜੀ औरत टिकटॉक ਤੇ ਆਂਦੀ ਹੈ ਨਾ ਮਾਦਰਤ ਦੇ ਨਾਲ, ਉਹ ਕੋਈ ਅੱਛੀ ਖਤੂਨ ਨਹੀਂ ਹੁੰਦੀ, ਭਾਵੇਂ ਕਿਸ ਨਜ਼ਰੀਏ ਨਾਲ ਵੀ ਆਵੇ, ਚਾਹੇ ਉਹ ਤਬਲੀਗ ਦੇ ਨਾਲ ਵੀ ਆਵੇ। ਜੋ ਅਸੀਂ ਚੀਜ਼ ਵੇਖੀ ਹੁਣ ਤੱਕ ਕਿ ਟਿਕਟॉक ਤੇ ਜਿਹੜੀ ਚਲੋ ਸੁਣਨ ਦੀ ਹੱਦ ਤੱਕ ਤੇ ਠੀਕ ਹੈ ਨਾ, ਜਿਹੜੀ ਲਾਈਵ ਆ ਕੇ ਗੁਫ਼ਤਗੂ ਕਰਦੀ ਏ, ਚਾਹੇ ਉਹ ਦੀਨੀ ਕਰਦੀ ਪਈ ਏ ਤੇ ਚਾਹੇ ਉਹ ਕਿਸੇ ਬਹਿਸ ਬਹਿਸਾ ਕਰਦੀ ਪਈ, ਚਾਹੇ ਕੋਈ ਤੁਹਾਡੇ ਕੋਲ ਉੱਤੇ ਆ ਕੇ ਗੱਲ ਕਰਦੀ। ਰਾਣਾ ਸਾਹਿਬ ਮਾਜ਼ਰਤ ਨਾਲ ਪਹਿਲੇ ਇੱਕ ਮਿੰਟ ਮੇਰੀ ਗੱਲ ਖਤਮ ਹੋ ਦਿਓ। ਇੱਕ ਛੋਟੀ ਜੀ ਗੱਲ ਕਰਨੀ ਹੈ, ਟਾਈਮ ਨਿਕਲ ਜਾਏ। ਮੈਂ ਇਹੀ ਤਾਂ ਅਰਜ਼ ਕੀਤਾ ਕਿ ਮੈਂ ਸਵਾਲ ਪਹਿਲੇ ਕਰ ਲਵਾਂ, ਉਸ ਤੋਂ ਬਾਅਦ ਮੈਂ ਤਾਂ ਖਾਮੋਸ਼ ਹੋ ਜਾਵਾਂਗਾ। ਮੈਂ ਅਰਜ਼ ਇਹ ਕਰ ਮੇਰਾ ਇਹ ਆਪਣਾ ਖਿਆਲ ਹੈ ਕਿ ਜ਼ਰੂਰੀ ਨਹੀਂ ਤੁਸੀਂ ਮੇਰੇ ਨਾਲ ਇਤਫਾਕ ਕਰੋ, ਉਹਨੂੰ ਛੱਡੋ। ਮੇਰੀ ਗੱਲ ਕੋਈ ਵੀ ਖਤੂਨ ਜਿਹੜੀ ਆਏਗੀ ਨਾ ਉਹ ਕੋਈ ਅੱਛੀ ਔਰਤ ਨਹੀਂ ਹੋਏਗੀ। ਇੱਕ 3-4 ਦਿਨ ਤੋਂ ਇੱਕ ਖਤੂਨ ਜਿਹੜੀ ਹੈ ਨਾ ਉਹ ਨਾਦਰ ਦੀ ਬਰਾੜ ਤੇ ਆ ਕੇ ਮੁਸਲਮਾਨ ਜਿਹੜੀ ਸੀ ਜੋ ਅਹਿਮਦੀ ਹੋ ਗਈ ਹੈ, ਉਹਦੇ ਬਾਰੇ ਮੈਂ ਪੁੱਛਣਾ ਚਾਹਨਾ ਕੀ ਬੁਲਸ਼ਿਟ ਹੋ ਰਹੀ ਹੈ। ਮੇਰਾ ਨਹੀਂ ਖਿਆਲ ਕੋਈ ਅੱਛੀ ਔਰਤ ਉਹ ਮਰਜ਼ਾਈ ਨੇ 5ਵੀਂ-6ਵੀਂ ਵਾਰੀ ਮਰਜ਼ਾਈ ਹੋਈ ਹੈ। ਹਾਂਜੀ ਮਲਕ ਭਾਈ ਕਰੋ ਗੱਲ। ਮਲਕ ਭਾਈ ਇੱਕ ਮਿੰਟ ਸਾਹਿਬ ਯਾਰ ਇੱਕ ਬਰਾੜ ਉੱਤੇ ਨਾ ਛੋਟੀ ਜੀ ਹੈਲਪ ਚਾਹੀਦੀ ਹੈ। ਇੱਕ ਸਾਡੇ ਬਹੁਤ ਜਈਦ ਕਿਸਮ ਦੇ ਆਲਮ ਸਾਹਿਬ ਬੈਠੇ ਦੇ ਨੇ ਤੇ ਮਰਜ਼ਾਈ ਨੇ ਉਹਨੂੰ ਘੇਰਿਆ ਦਾ, ਉਹਨਾਂ ਮੇਰੀ ਕਾਲ ਹੀ ਨਹੀਂ ਚੁੱਕ ਰਿਹਾ ਯਾਰ। ਜ਼ਰਾ ਮੈਂ ਸ਼ੇਅਰ ਕਰਾਂ, ਅਗਰ ਕੋਈ ਬੰਦਾ ਹੋਰ ਟਰਾਈ ਕਰੇ। ਕਿਉਂ ਯਾਰ ਇਸ ਤਰ੍ਹਾਂ ਗਲਤ ਮਲਤ ਚੀਜ਼ਾਂ ਪੇਸ਼ ਕਰ ਰਹੇ ਨੇ? ਸ਼ੇਅਰ ਕਰਾਂ ਮੈਂ ਤੁਹਾਨੂੰ, ਕੋਈ ਹੋਰ ਬੰਦਾ ਟਰਾਈ ਕਰੇਗਾ? ਉਹ ਇੱਕ ਮੌਲਵੀ ਸਾਹਿਬ ਨੇ ਮੁਨੀਰ ਖਾਨ ਫਰਾਮ UK,
ਗਰੁੱਪ ਸ਼ੇਅਰ ਕਰ ਦੇ ਮੋਦੀ ਅੱਛਾ ਨਾਲ ਸਾਡੀ ਤੁਸੀਂ ਬਣਦੀ ਉੱਥੇ ਨਹੀਂ ਆਓ ਆ। ਨਹੀਂ ਬਾਈ ਤੁਸੀਂ ਆਓ ਉੱਥੇ ਕਿਹਦੀ ਬਰਾੜ ਹੈ, ਪਲੀਜ਼। ਕਿਹਦੀ ਬਰਾੜ ਹੈ? ਉਹ ਇੱਕ ਬੰਦਾ ਹੈ ਮੁਨੀਰ ਖਾਨ ਫਰਾਮ ਯੂਕੇ, ਉਹ ਬਰਾੜ ਲਗਾਉਂਦਾ ਹੈ ਤੇ ਉਹ ਮਰਜ਼ਈ ਨੇ ਉਹਨੂੰ ਘੇਰਿਆ ਤੇ ਉਸ ਅੱਗੇ ਸ਼ਰਮਿੰਦਾ ਹੋ ਰਿਹਾ, ਪਸੀਨੇ ਆ ਰਹੇ ਨੇ। ਸ਼ੇਅਰ ਕਰੋ। ਮਤਲਬ ਕੈਸੇ ਭਾਈ ਮੈਂ ਗਰੁੱਪ ਸ਼ੇਅਰ ਕਰਦਾ, ਗਰੁੱਪ ਸ਼ੇਅਰ ਕਰ ਗਰੁੱਪ ਵਿੱਚ ਸ਼ੇਅਰ ਕਰਦਾ। ਓਕੇ ਓਕੇ ਹੁਣ ਕਰੋ ਗੱਲ, ਗਰੁੱਪ ਚ ਤੇ ਮੈਨੂੰ ਲਿੰਕ ਤੇ ਸੈਂਡ ਕਰ ਜ਼ਰਾ ਦਿਓ। ਜਲਦੀ ਆਓ। ਮੇਰੇ कैसे भाई लिंक सेंड कर दियो मैंने। अच्छा साहबा का गुलाम भाई, मेरा ख्याल है कि ਤੁਹਾਡੀ ਸਟੇਟਮੈਂਟ ਜਿਹੜਾ ਸ਼ਾਇਦ ਕੋਈ ਬਹੁਤ ਬੜੀ ਸਟੇਟਮੈਂਟ ਹੈ ਔਰ ਇਹਦੇ ਉੱਤੇ ਮੈਂ ਤੇ ਕਹਾਂਗਾ ਕਿ ਤੁਹਾਡੀ ਨਾਲ ਇਖਤਲਾਫ ਰਾਏ ਹੈ। ਮਤਲਬ ਇੰਤਹਾਈ ਤਹਿਜ਼ੀਬ ਦੇ ਨਾਲ ਮੈਂ ਇਹ ਗੱਲ ਕਹਾਂਗਾ ਕਿ ਸ਼ਾਇਦ ਇਹ ਬਹੁਤ ਜ਼ਿਆਦਾ ਇੱਕ ਬੜੀ ਸਟੇਟਮੈਂਟ ਹੈ। ਜ਼ਰੂਰੀ ਨਹੀਂ ਹੈ ਕਿ ਯਾਰ ਹਰ ਆਉਣ ਵਾਲੀ ਖਾਤੂਨ ਜਿਹੜਾ ਤੁਸੀਂ ਉਹਨੂੰ ਕਹੋ ਕਿ ਉਹ ਠੀਕ ਨਹੀਂ ਹੈ। ਦਿਸ ਇਜ਼ ਅ ਵੈਰੀ ਬਿਗ ਸਟੇਟਮੈਂਟ। ਹਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਜ਼ਿਆਦਾਤਰ ਖਵਾਤੀਨ ਨੂੰ ਤੁਸੀਂ ਇੰਜ ਦੇਖਿਆ, ਜਾਂ ਤੁਸੀਂ ਇਹ ਕਹਿ ਸਕਦੇ ਹੋ ਕੁਝ ਖਵਾਤੀਨ ਨੂੰ ਇੰਜ ਦੇਖਿਆ, ਲੇਕਿਨ ਤੁਸੀਂ ਐਜ਼ ए ਹੋਲ ਮੇਰਾ ਖਿਆਲ ਹੈ ਸ਼ਾਇਦ ਥੋੜਾ ਜਿਹਾ ਐਗਜ਼ੈਜਰੇਸ਼ਨ ਹੈ। ਬਸ ਇਤਨਾ ਹੀ ਮੈਂ ਅਰਜ਼ ਕਰਾਂਗਾ। ਗਲੋਬਲ ਭਾਈ ਜਿਹੜਾ ਮੇਰਾ ਐਕਸਪੀਰੀਅੰਸ ਹੈ ਨਾ ਮਾਦਰਤ ਦੇ ਨਾਲ, ਜਿੰਨਾ ਅਰਸੇ ਤੋਂ ਮੈਂ ਟਿਕਟੌਕ ਵੇਖ ਰਿਹਾ, ਮੈਂ ਕਿਸੇ ਸ਼ਰੀਫ ਔਰਤ ਨੂੰ ਨਹੀਂ ਵੇਖਿਆ ਇੱਥੇ। ਅੱਛਾ ਇਸੇ ਉਮੇ ਰਬਾਬ ਜਿਹੜੀ ਸੀ, ਗੱਲ ਸੁਣੋ, ਉਮੇ ਰਬਾਬ ਇੱਥੇ ਉਹਨੇ ਲਬਾਦਾ ਉੜਿਆ ਸੀ ਸ਼ਰਾਫਤ ਦਾ ਸਭ ਤੋਂ ਵੱਡਾ ਜੀ ਬੜੀ। ਔਰ ਮੈਂ ਸਟਾਰਟ ਪਹਿਲੇ ਦਿਨ ਤੋਂ ਕਿਹਾ ਸੀ ਕਿ ਇੱਕ ਗਸ਼ਤੀ ਗਈ ਹੈ ਬੜੀ ਵੱਡੀ, ਲੈਟਸ ਨਾਟ ਗੈਟ ਔਰ ਮੇਰੀ ਗੱਲ ਵਕਤ ਨੇ ਸਾਬਤ ਕੀਤੀ ਕਿ ਉਹ ਗਸ਼ਤੀ ਹੈ। ਚਲੋ ਤੁਸੀਂ ਇੰਜ ਕਰ ਲਓ ਕਿ ਠੀਕ ਹੈ, ਤੁਸੀਂ ਆਪਣੀ ਰਾਏ ਦਾ ਇਜ਼ਹਾਰ ਕਰ ਦਿੱਤਾ, ਅਸੀਂ ਕਿਸੇ ਨੂੰ ਪਰਟੀਕੁਲਰਲੀ ਨਹੀਂ ਗੱਲ ਕਰਦੇ, ਲੇਕਿਨ ਇਹ ਹੈ ਕਿ ਮੇਰਾ ਖਿਆਲ ਹੈ ਕਿ ਐਜ਼ ए ਹੋਲ ਕਹਿਣਾ ਜ਼ਰਾ ਬੜਾ ਮੁਸ਼ਕਿਲ ਹੁੰਦਾ। ਲੇਕਿਨ ਅਗਰ ਚੰਦ ਇੱਕ ਤੁਸੀਂ ਕਿਸੇ ਨੂੰ ਪੁਆਇੰਟ ਆਊਟ ਕਰ ਲਓ, ਜਾਂ ਤੁਸੀਂ ਕੁਝ ਖਵਾਤੀਨ ਨੂੰ ਤੁਸੀਂ ਦੇਖਿਆ ਹੋਵੇ, ਤੇ ਉਹ ਮੈਂ ਯਕੀਨ ਕਰੋ ਟਿਕਟੌਕ ਦੇ ਉੱਤੇ ਮੈਂ ਬਹੁਤ ਸਾਰੀ ਖਵਾਤੀਨ ਨੂੰ ਵੀ ਦੇਖਿਆ ਯਾਰ, ਬਹੁਤ ਲਰਨਡ ਨੇ, ਬਹੁਤ ਅੱਛੀ ਗੱਲ ਕਰਦੀਆਂ ਨੇ। ਜ਼ਰੂਰੀ ਨਹੀਂ ਕਿ ਮਜ਼ਹਬ ਦੀ ਗੱਲ ਕਰਨ, ਜਿਸ ਤਰ੍ਹਾਂ ਕੋਈ ਹੈਲਥ ਦੀ ਗੱਲ ਕਰ ਰਹੀ ਹੈ, ਜਿਸ ਤਰ੍ਹਾਂ ਕੋਈ ਸਾਇੰਸ ਦੀ ਗੱਲ ਕਰ ਰਹੀ ਹੈ, ਜਿਸ ਤਰ੍ਹਾਂ ਕੋਈ ਸਰ ਉਹ ਇੱਕ ਹੋਰ ਮੌਜੂ ਹੈ। ਮੈਂ ਸਪੈਸ਼ਲੀ ਜਿਹੜੀ ਗੁਫ਼ਤਗੂ ਕਰ ਰਿਹਾ ਨਾ, ਇਹ ਵਾਲੀ ਜਿਹੜੀ ਹੋ ਰਹੀ, ਜਿਹੜੀ ਇੱਥੇ ਆ ਕੇ ਮਤਲਬ ਕਾਦੀਆਨੀ ਤੋਂ ਮੁਸਲਮਾਨ ਹੋ ਰਹੀ ਤੇ ਮੁਸਲਮਾਨ ਤੋਂ ਕਾਦੀਆਨੀਅਤ ਕਰ, ਮੈਂ ਨਾ ਖਵਾਤੀਨ ਦੀ ਗੱਲ ਕਰ ਰਿਹਾ। ਮੈਂ ਸਮਝ ਗਿਆ ਉਸ ਪਰਸਪੈਕਟਿਵ ਨੂੰ ਤੁਸੀਂ ਗੱਲ ਕਰ ਰਹੇ ਹੋ, ਸਮਝ ਆ ਗਈ ਗੱਲ ਦੀ। ਲੇਕਿਨ ਤੁਹਾਡੀ ਗੱਲ ਤੋਂ ਕਿਉਂਕਿ ਓਵਰਆਲ ਇੱਕ ਇਮੇਜ ਐਸਾ ਗਿਆ ਸੀ, ਤੇ ਮੈਂ ਉਹਦੀ ਜ਼ਰਾ ਥੋੜੀ ਜੀ ਸਿਰਫ ਉਸ ਦੇ ਉੱਤੇ ਥੋੜਾ ਜਿਹਾ ਆਪਣਾ ਨੁਕਤਾ ਨਜ਼ਰ ਦਾ ਇਜ਼ਹਾਰ ਨਹੀਂ ਉਸ ਤਰ੍ਹਾਂ ਤੇ ਦੇਖੋ ਨਾ, ਟਿਕਟੌਕ ਤੇ ਡਾਕਟਰ ਵੀ ਬੈਠੀਆਂ ਨੇ, ਉਹ ਵੀ ਸ਼ੇਅਰ ਕਰ ਰਹੀਆਂ ਨੇ। ਮੈਂ ਤੁਹਾਨੂੰ ਕਹਿ ਰਿਹਾ ਕਿ ਮੈਂ ਬਹੁਤ ਲੋਕ ਦੇਖੇ ਨੇ, ਲੇਕਿਨ ਇਹ ਹੈ ਕਿ ਬੜੇ ਬੜੇ ਅੱਛੇ ਲੋਕ ਮੈਨੂੰ ਤੇ ਬਲਕਿ ਯਾਰ ਟਿਕਟੌਕ ਤੇ ਮੈਨੂੰ ਬੜੇ ਅੱਛੇ ਦੋਸਤ ਵੀ ਮਿਲੇ ਨੇ ਔਰ ਖਵਾਤੀਨ। ਨਹੀਂ ਸਰ ਮੈਂ ਬੰਦਿਆਂ ਦੀ ਤੇ ਗੱਲ ਹੀ ਸਰ, ਮੈਂ ਬੰਦਿਆਂ ਦੀ ਤੇ ਮੇਰੀ ਜਾਨ ਤੁਹਾਨੂੰ ਦੱਸ ਰਿਹਾ ਪਿਆਰੇ ਭਾਈ, ਖਵਾਤੀਨ ਜਿਹੜੀ ਇੱਕ ਔਰਤ ਆ ਕੇ ਗੱਲ ਸੁਣੋ ਨਾ, ਇੱਕ ਔਰ ਨਹੀਂ ਗੱਲ ਸੁਣੋ, ਮੈਂ ਇਸ ਤਨਾਜ਼ਰ ਨਾਲ ਗੱਲ ਕਰ ਰਿਹਾ। ਇੱਕ ਔਰਤ ਆਂਦੀ ਏ, ਉਹ ਕਹਿੰਦੀ ਜੀ ਮੈਂ ਮੁਸਲਮਾਨ ਆ ਤੇ ਮੈਂ ਨਾ ਜੀ ਜਿਹੜਾ ਜਿਹਨੇ ਕਾਦੀਆਨੀਅਤ ਕਬੂਲ ਕਰਦੀ ਪਈਆਂ, ਉਸ ਔਰਤ ਦੀ ਭੈਣ ਨੂੰ ਜਾਣਾ ਜਿਹੜੀ ਆਪਣੇ ਘਰ ਦੇ ਵਿੱਚ ਉਹਨੂੰ ਕਿਸੇ ਨੇ ਨਹੀਂ ਸਮਝਾਇਆ, ਉਹ ਕਾਹਦੀ ਮੁਸਲਮਾਨ ਹੈ। ਬਹੁਤ ਬੁਲਸ਼ਿਟ ਹੋ ਰਹੀ ਸਾਰੀ। ਭਾਈ ਸਾਹਿਬ ਬਹੁਤ ਕੁਛ ਇਹਦੇ ਵਿੱਚ ਚੱਕਰ ਹੈ। ਬਹੁਤ ਸਾਰੀ ਖਵਾਤੀਨ ਜਿਹੜਾ ਨੇ ਨਾ, ਉਹ ਮਤਲਬ ਸਾਨੂੰ ਪਤਾ ਵੀ ਨਹੀਂ ਹੈ ਔਰ ਬੜੇ ਲਬਾਦੇ ਉੜੇ ਨੇ। ਉਹ ਤੁਹਾਡੀ ਗੱਲ ਠੀਕ ਹੈ, ਉਸ ਗੱਲ ਦੇ ਨਾਲ ਮੇਰਾ ਤੁਹਾਡੇ ਨਾਲ ਇਤਫਾਕ ਹੋ ਗਿਆ। ਲੇਕਿਨ ਜਿੱਥੋਂ ਤੱਕ ਇਸ ਚੀਜ਼ ਦਾ ਤਾਲੁਕ ਹੈ, ਐਜ਼ ए ਹੋਲ ਕਹਿਣਾ, ਉਹਦੇ ਉੱਤੇ ਸਿਰਫ ਮੇਰਾ ਇੱਕ ਨੁਕਤਾ ਇਤਰਾਜ਼ ਸੀ। ਮੇਰਾ ਖਿਆਲ ਹੈ ਕਿ ਤੁਹਾਨੂੰ ਸ਼ਾਇਦ ਪਸੰਦ ਆਇਆ ਹੋਏਗਾ। ਨਹੀਂ ਤੁਸੀਂ ਬਜਾ ਫਰਮਾ ਰਹੇ ਹੋ, ਤੁਸੀਂ ਬਜਾ ਫਰਮਾ ਰਹੇ ਹੋ। ਮੈਂ ਉਹਨਾਂ ਔਰਤਾਂ ਦੀ ਗੱਲ ਨਹੀਂ ਕਰ ਰਿਹਾ ਜਿਹੜੀਆਂ ਔਰਤਾਂ, ਅਸੀਂ ਕਿਸੇ ਵੀ ਚੀਜ਼ ਦੇ ਉੱਤੇ ਅਗਰੀ ਡਿਸਐਗਰੀ ਕਰ ਸਕਨੇ ਆ, ਲੇਕਿਨ ਮੈਂ ਸਿਰਫ ਆਪਣੀ ਇੱਕ ਰਾਏ ਦਾ ਇਜ਼ਹਾਰ ਤੁਹਾਡੇ ਸਾਹਮਣੇ ਰੱਖ ਦਿੱਤਾ। ਸ਼ਾਇਦ ਤੁਹਾਨੂੰ ਨਾ ਪਸੰਦ ਵੀ ਆ ਜਾਵੇ ਜਾਂ ਨਹੀਂ ਸਰ, ਤੁਸੀਂ ਬੜੇ ਅੱਛੇ ਤਰੀਕੇ ਨਾਲ ਗੱਲ ਕਰਦੇ ਪਏ ਹੋ ਔਰ ਤੁਸੀਂ ਬਜਾ ਫਰਮਾ ਰਹੇ ਹੋ। ਜਿਹੜੀਆਂ ਉਹ ਖਵਾਤੀਨ ਨੇ ਜਾਂ ਜਿਹੜੀਆਂ ਕੋਈ ਹੋਰ ਮਤਲਬ ਚੀਜ਼ਾਂ ਜਿਹੜੀਆਂ ਨੇ ਲੋਕਾਂ ਦੇ ਨਾਲ ਸ਼ੇਅਰ ਕਰ ਰਹੀਆਂ ਨੇ ਨੌਲੇਜ ਵਾਸਤੇ, ਉਹ ਡਿਫਰੈਂਟ। ਜਿਹੜੀਆਂ ਇੱਥੇ ਬਹਿ ਕੇ ਉਮੇ ਰਬਾਬ ਵਰਗੀਆਂ ਤੇ ਦੀਨ ਦੀਆਂ ਗੱਲਾਂ, ਮੈਂ ਉਹਨਾਂ ਗਸ਼ਤੀਆਂ ਦੀਆਂ ਗੱਲਾਂ ਕਰ ਰਿਹਾ। ਚਲੋ ਅਸੀਂ ਕਿਸੇ ਨੂੰ ਜ਼ਰੂਰ ਪੁਆਇੰਟ ਆਊਟ ਅਸੀਂ ਕਿਸੇ ਨੂੰ ਜ਼ਰੂਰ ਕਰਨਾ। ਲੈਟਸ ਨਾਟ ਗੋ ਇਨਟੂ ਪਾਰਟਿਕੂਲਰ ਡਿਟੇਲਸ, ਲੇਕਿਨ ਅਸੀਂ ਇੱਕ ਜਨਰਲ ਦੀ ਸਟੇਟਮੈਂਟ ਅਸੀਂ ਕਰ ਰਹੇ ਹਾਂ। ਚਲੋ ਠੀਕ ਹੋ ਗਿਆ, ਤੁਹਾਡੀ ਮਾਸ਼ਾਅੱਲਾ ਰਾਏ ਆਪਣੀ ਜਗ੍ਹਾ ਦੇ ਉੱਤੇ ਯਕੀਨਨ ਵੈਲਿਡ ਹੈ। ਔਰਤ ਦੇ ਬਾਰੇ ਚ ਪੁੱਛਣਾ ਚਾਹ ਰਿਹਾ ਸੀ ਜਿਹੜੀ ਉਹ ਕਹਿੰਦੇ ਜੀ ਮੁਸਲਮਾਨ ਤੋਂ ਦੇਖੋ ਮੈਂ ਉਹਦੀ ਮੈਂ ਗੱਲ ਸੁਣੀ ਹੈ, ਤੇ ਉਹ ਮੈਨੂੰ ਤੇ ਯਾਰ ਬੜਾ ਹੀ ਇੱਕ ਨਾ ਇੱਥੇ ਲੋਕਾਂ ਨੇ ਬਹੁਤ ਹੀ ਚੱਕਰ ਚਲਾਇਆ ਹੋਇਆ। ਇੱਕ ਚੀਪ ਔਰ ਸਸਤੀ ਇੱਕ ਸ਼ੋਹਰਤ ਹੈਗੀ ਹੈ। ਇਹ ਬਰਾਡ ਲਗਾਉਣ ਵਾਲੇ ਦਾ ਵੀ ਕੋਈ ਸੈਟਿੰਗ ਲੱਗਦੀ ਹੈ ਤੇ ਉਹ ਆਉਣ ਵਾਲੇ ਦੀ ਵੀ ਸੈਟਿੰਗ ਲੱਗਦੀ ਹੈ। ਬਾਕੀ ਤੇ ਦਿਲਾਂ ਦੇ ਹਾਲ ਅੱਲਾਹ ਤਾਲਾ ਬਿਹਤਰ ਜਾਣਦਾ। ਵੇਖੋ ਜਿੰਨੇ ਜ਼ਿਲਤ ਦੀ ਗਹਿਰਾਈ ਦੇ ਵਿੱਚ ਜਾਣਾ ਹੋਵੇ,
ਉਹਨੇ ਵੜ ਕੇ ਵੀ ਉਸ ਜ਼ਿਲਤ ਵੱਲ ਚਲੇ ਜਾਣਾ। ਸਮਝ ਆਈ ਨਾ? ਗੇੜਾ ਖਾ ਕੇ ਵੀ ਉਹਨੇ ਉਧਰ ਨੂੰ ਚਲੇ ਜਾਣਾ। ਤੇ ਜਿਹਨੂੰ ਅੱਲਾਹ ਤਾਲਾ ਨੇ ਰੋਸ਼ਨੀ ਅਤਾ ਕਰਨੀ ਹੋਏ, ਪਾਕ ਪਰਵਰਦੀਗਾਰ ਜਿਹਦੇ ਵਾਸਤੇ ਆਪਣੀ ਰੋਸ਼ਨੀ ਜਿਹਨੂੰ ਦਿਖਾ ਦੇਵੇ, ਉਹ ਭਾਈ ਜ਼ਿਲਤ ਦੀ ਗਹਿਰਾਈ ਦੇ ਵਿੱਚੋਂ ਵੀ ਨਿਕਲ ਕੇ ਆ ਕੇ ਮਜ਼ਹਬ ਹੱਕਾਂ ਨੂੰ ਕਬੂਲ ਕਰ ਲੈਂਦਾ। ਇੰਨੀ ਗੱਲ ਆ ਬਸ। ਇਸਲਾਮ ਨੂੰ ਕਬੂਲ ਕਰ ਲੈਂਦੇ ਨੇ। ਚਲੋ ਆ ਜਾਓ, ਨਹੀਂ ਭਾਈ ਉਹਨਾਂ ਦੇ ਮਗਰ ਚਲੀਏ, ਵੇਖੀ ਉੱਥੇ ਕੀ ਹੋ ਰਿਹਾ। ਉਹ ਡਾਕਟਰ ਸਾਹਿਬ ਨੇ ਬਰਾੜ ਖੋਲੀ ਹੈ ਨਾ, ਕੋਈ ਆ ਗਿਆ ਇੱਧਰ ਵੀ ਤੇ ਉਹਦੇ ਨਾਲ ਵੀ ਹਲਵਾਈ ਕਰਨੀ ਪਏਗੀ ਨਾ। ਫਿਰ ਮੈਂ ਦੂਸਰੇ ਤਰੀਕੇ ਨਾਲ ਆਉਣਾ। ਉਹ ਕਿਹਦੀ ਬਰਾੜ ਤੇ ਤੁਸੀਂ ਜਾ ਰਹੇ ਹੋ? ਤਰੀਕਾ ਕੋਈ ਹੋਰ ਕਰ ਲੈਂਦੇ ਆ ਨਾ। ਕੋਈ ਇੱਧਰ ਆ ਗਿਆ ਫਿਰ ਹਲਵਾਈ ਕਰਨੀ ਪਏਗੀ ਨਾ, ਅਗਰ ਡਾਕਟਰ ਸਾਹਿਬ ਗਏ ਨੇ ਤੇ। ਲੋ ਜੀ, ਇਹ ਜਿਹੜੇ ਸ਼ਹਜ਼ਾਦ ਸਾਹਿਬ ਥੱਲੇ ਤਸ਼ਰੀਫ ਲਿਆਏ ਸਨ, ਉਹਨਾਂ ਦੀ ਵੀ ਮਾੜੀ ਜੀ ਗੱਲ ਸੁਣ ਲਓ। ਜਦੋਂ ਮੁਹੰਮਦੀ ਬੇਗਮ ਦੇ ਇਲਹਾਮਾਤ पढ़े गए सारे के सारे, तो उन्होंने की किया। ये तहरीरें अगर हमारी तरफ मंसूब हो तो शरीफ आदमी भी साबित नहीं होते इन तहरीरों से। अगर ये लिखने वाले हैं, आप ये कह रहे हैं कि वो नबीउल्लाह भी फिर सच्चे हैं। शहजाद भाई, यही तो फिर हमारा इतराज है भाई। ये सारा कुछ लिखा हुआ है, ये सारा कुछ शहजाद भाई लिखा हुआ है, उनके बेटे बशीर अहमद ने लिखा है। आप ऐसी बात सीरतुल महदी में कोई इल्म नहीं है तो आप ना कर रहे हैं ऐसे बात। ये झूठे कारोबार चलाए हुए हैं और कोई बात नहीं है। नहीं शहजाद भाई, आप गुस्सा ना करें। सीरतुल महदी में ये हवाले मौजूद हैं। ये लोगों ने बड़ी तहकीक की। झूठी बात आपको दिखा दो, बाद के चुनाव से पता लगा था सारा कुछ। शहजाद भाई आपको दिखा दें हवाले? नहीं मेरे पास मुझे तो अभी फिलहाल नहीं चाहिए, मगर मैं पढ़ लूंगा। मैंने नहीं आप देखें, आप मैंने इसीलिए पढ़ के तो आपको बताया था कि ये हदीस है जिसके बारे में ये लोग गलत फहमियों का दूसरों को डाल रहे हैं और पता कुछ भी नहीं है इनको। नहीं, आपने वहाँ पे गलत बयानी की है। मोहम्मदी बेगम का कोई जिक्र नहीं है। ये तज़व्वजु व यूलदु लहू वो एक हदीस है कि छोटी सी हदीस का टुकड़ा पेश मोहम्मदी बेगम के साथ मिर्जा साहब ने कॉन्टैक्ट उसको किया है कनेक्ट। लो जी, सुन ली गल सारे दोस्तां ने। असी सबूत तो बिना गल करना नामुनासिब होंदा। चलो मैं क्या कि यार दोस्त भी सुन ही लैन।